श्री नानक पाद पंकज बंदन पाद पंकज सिमरो अंगद दोख निकंद अमरदास गुर हृदय ध्यावों जी हृदय श्री गुरु रामदास गुण गावों श्री अर्जन विघ्नन के नाशक विघ्नन के हर गोबिंद शुभ सुमत प्रकाशक श्री हर राय नमो कार जोरी नमो कार गुर हर कृष्ण मनाए बहो तेग बहादुर परम कृपाला जी परम श्री गुरु गोबिंद सिंह विशाल तरो तरा पर पुन पुन सी साजी पुन पुन बंदों बार बार जगदीश श्री गुर शब्द कमाए जिन जीते पंच विकार तिन संतन को बंदना सिर चरणन पर एकंकारा सतगुरु तेह प्रसाद सच होय वाहिगुरु जी की फतेह विघ्न विनाशन सो वाहिगुरु जी की फतेह विघ्न विनाशन सोय। सतनाम श्री वाहिगुरु साहिब जी सोरठा सब दर्शन को सार दर्शन परसन ते लहै हाथ सुदर्शन तार श्री हर कृष्ण सुबंदना सब दर्शन को सार दर्शन परसन ते लहै हाथ सुदर्शन तार श्री हर कृष्ण सुबंदना सब दर्शन को सार। वाहिगुरु जी का खालसा वाहिगुरु जी की फतेह। परम सत्कारयोग साजी निवाजी गुरु स्वरूप गुरु खालसा गुर संगत जीओ बहुत ही वड्डियां भागां वाले हाँ जो कि जुगो जुग अटल चवर छतर तख्त दे मालक
ਗੁਰਤਾ ਗੱਦੀ ਉੱਪਰ ਬਿਰਾਜਮਾਨ, ਪਤਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ। ਅੰਤਰਜਾਮੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਸਤਿਗੁਰੂ ਜੀ ਦੀ ਅਪਾਰ ਕਿਰਪਾ ਦਾ ਸਦਕਾ ਸ਼ਾਮਾਂ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਦੇ ਅੰਦਰ ਗੁਰ ਇਤਿਹਾਸ ਦੀ ਲੜੀਵਾਰ ਪਵਿੱਤਰ ਕਥਾ ਆਪ ਸੰਗਤ ਹਰ ਰੋਜ਼ ਦੀ ਤਰ੍ਹਾਂ ਮਨ ਵਿੱਚ ਇੱਛਾ ਧਾਰ ਕੇ, ਸਰਧਾ ਧਾਰ ਕੇ, ਭਾਵਨਾ ਨੂੰ ਲੈ ਕੇ ਸ਼ਰਵਣ ਕਰਨ ਵਾਸਤੇ ਆਉਣੇ ਹੋ। ਜਿਵੇਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਗੁਰਸੰਗਤ ਜੀ ਆਪ ਨੇ ਪਵਿੱਤਰ ਮੰਗਲਾਚਰਨ ਸ਼ਰਵਣ ਕੀਤੇ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕੇ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਤੱਕ ਮੰਗਲ ਸ਼ਰਵਣ ਕੀਤੇ ਸਨ। ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਹੋਣਾ ਨੇ ਦੂਸਰੇ ਪਾਤਸ਼ਾਹ ਮਹਾਰਾਜ ਦਾ ਮੰਗਲ ਕੀਤਾ ਸੀ ਕਿ ਐਸੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੋ ਮਾਇਆ ਤੋਂ ਅਤੀਤ ਹੈ, ਮੋਹ ਤੋਂ ਰਹਿਤ ਹੈ, ਪ੍ਰਵੀਨ ਹੈ, ਸਿਆਣੇ ਸੋਭਾ ਜੁਗਤ ਹੈ, ਪਖੰਡਾਂ ਨੂੰ ਭੰਨਣ ਵਾਲੇ ਗੁਰੂ ਅੰਗਦ ਦੇਵ ਮਹਾਰਾਜ ਹੈ ਅਤੇ ਬਾਬਾ ਫੇਰੂ ਜੀ ਦੇ ਸੁਪੁੱਤਰ ਗੁਰੂ ਅੰਗਦ ਦੇਵ ਮਹਾਰਾਜ ਜੀ ਗੋਬਿੰਦ ਸਰੂਪ ਹੈ, ਨਿਰੰਕਾਰ ਦਾ ਸਰੂਪ ਹੈ, ਦਾਸਾਂ ਨੂੰ ਮੁਕਤੀ ਦੇਣ ਵਾਲੇ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਬਤ ਬਚਨ ਆਖੇ ਸਨ ਕਿ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਕੈਸੇ ਹੈ ਕਿ ਹਮੇਸ਼ਾ ਹੀ ਉਹਨਾਂ ਦਾ ਨਾਮ ਸਥਿਰ ਰਹਿਣ ਵਾਲਾ ਹੈ। ਅਮਰ ਕਰਹਿ ਜਗ ਮਾਹੇ, ਦੇਵਤਿਆਂ ਦੇ ਉੱਪਰ ਅਮਰ ਕਰਨ ਵਾਲੇ ਹੈ, ਹਮੇਸ਼ਾ ਸਾਰੇ ਉਹਨਾਂ ਦੀ ਸਹਾਇਤਾ ਲੈਣ ਵਾਲੇ ਹੈ। ਗੁਰਸੰਗਤ ਜੀ ਅਮਰ ਕਰੇ ਜਨ, ਜਾਹੇ ਅਮਰ ਨਾਮ ਦੇ ਗੁਰ ਅਮਰ। ਗੁਰੂ ਅਮਰਦਾਸ ਮਹਾਰਾਜ ਜੀ ਅਮਰ ਜਿਹੜਾ ਹੈ ਨਾਮ, ਮੁੱਕਣ ਵਾਲਾ ਨਾਮ, ਸਦਾ ਰਹਿਣ ਵਾਲਾ ਨਾਮ ਆਪਣੇ ਦਾਸਾਂ ਨੂੰ ਦੇ ਕੇ ਸੰਸਾਰ ਦੇ ਵਿੱਚੋਂ ਅਮਰ ਕਰ ਦਿੰਦੇ ਹੈ। ਗੁਰੂ ਰਾਮਦਾਸ ਮਹਾਰਾਜ ਕੈਸੇ ਹੈ, ਨਿਸਕਾਮ ਹਿਰਦੇ ਨਾਲ ਜਿਹੜਾ ਵੀ ਸ਼ਰਨ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੀ ਪੈ ਜਾਂਦਾ ਹੈ, ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਸੁੱਖਾਂ ਦੀ ਖਾਣ ਬਖਸ਼ ਦਿੰਦੇ ਹੈ ਅਤੇ ਜੰਮ ਦਾ ਤਰਾਸ ਨਹੀਂ ਉਹਨਾਂ ਨੂੰ ਰਹਿੰਦਾ, ਡਰ ਨਹੀਂ ਰਹਿੰਦਾ। ਹਰੈ ਜੰਮ ਤਰਾਸ ਹਿਰਦਾ ਨਹੀਂ ਕਾਨ ਨਿਸਕਾਮ। ਗੁਰੂ ਅਮਰਦਾਸ ਮਹਾਰਾਜ ਜੀ ਦੇ ਮਨ ਦੇ ਅੰਦਰ ਨਾ ਕਾਮ ਹੈ, ਨਾ ਕ੍ਰੋਧ ਹੈ, ਨਾ ਵੈਰ ਹੈ ਅਤੇ ਸਦਾ ਸ਼ਵਸ਼ ਗਿਆਨ ਦਾ ਨਿਵਾਸ ਹੀ ਮਹਾਰਾਜ ਜੀ ਦੇ ਹਿਰਦੇ ਵਿੱਚ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕੈਸੇ ਹੈ, ਗਰੀਬ ਨਵਾਜ ਸੋਢ ਕੁੱਲ ਦੀ ਤਾਂ ਚੰਦਰਮਾ ਰੂਪ ਸੋਭਾ ਪਾ ਰਹੇ ਹੈ। ਸੋਢ ਕੁੱਲ ਦੇ ਚੰਦਰਮਾ ਵਾਂਗ ਮਹਾਰਾਜ ਸੋਭਾ ਪਾਉਂਦੇ ਹੈ, ਪ੍ਰਕਾਸ਼ ਕਰਨ ਵਾਲੇ ਹੈ। ਆਪ ਜੀ ਦੇ ਵਾਕ ਬਚਨ ਮਹਾਰਾਜ ਜੀ ਦੇ ਚੰਦਨ ਵਰਗੇ ਬੜੇ ਠੰਡੇ ਹੈ। ਜਿਸ ਦੇ ਹਿਰਦੇ ਵਿੱਚ ਮਹਾਰਾਜ ਜੀ ਦੇ ਬਚਨ ਵਸ ਜਾਂਦੇ ਹੈ, ਉਸ ਦਾ ਹਿਰਦਾ ਵੀ ਨਿਰਮਲ ਹੋ ਜਾਂਦਾ ਹੈ, ਠੰਡਾ ਹੋ ਜਾਂਦਾ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੇ 2 ਤਲਵਾਰਾਂ ਕਵੀ ਜੀ ਕਹਿੰਦੇ ਧਾਰਨ ਕੀਤੀਆਂ। ਦੋਇ ਤਰ ਵਾਰੀ, ਇੱਕ ਵਾਰੀ ਧਰ। ਇਹ 99 ਕਰਕੇ ਅਰਥ ਆਪਾਂ ਸੰਗਤ ਜੀ ਲਾਏ ਸੀ। ਪੰਕਤੀ ਹੈ ਵਾਰੀ ਇੱਕ ਧਰ, ਦੋਇ ਤਰਵਾਰੀ। ਪਰ ਦੋਇ ਤਰਵਾਰੀ ਇੱਕ ਵਾਰੀ ਧਰ ਕੇ 2 ਤਲਵਾਰਾਂ ਇੱਕੋ ਵਾਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਧਾਰਨ ਕੀਤੀਆਂ ਸੀ। ਇੱਕ ਮੀਰੀ ਦੀ, ਇੱਕ ਪੀਰੀ ਦੀ 2 ਤਲਵਾਰਾਂ ਬਾਬਾ ਬੁੱਢਾ ਜੀ ਨੇ ਪਹਿਨਾਈਆਂ ਸਨ ਅਤੇ ਸ਼ਤਰੂ ਸੀ ਜਿਹੜੇ ਬੜੇ ਹੀ ਬਲ ਵਾਲੇ ਸ਼ਤਰੂ ਤੁਰਕ ਸਨ। 4 ਜੰਗਾਂ ਕਰਕੇ ਉਹਨਾਂ ਨੂੰ ਵੀ ਵਾਰੀ ਨਾਸ ਕਰ ਦਿੱਤਾ। ਇੱਕੋ ਹੀ ਸਮੇਂ ਉਹਨਾਂ ਦਾ ਖਾਤਮਾ ਕਰ ਦਿੱਤਾ 6ਵੇਂ ਪਾਤਸ਼ਾਹ ਮਹਾਰਾਜ ਨੇ। ਅਤੇ ਵਾਰੀ ਧਰ, ਸਮ ਧੁਨ ਸੁਖ ਵਾਰੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਵਾਰੀ ਬੱਦਲ ਦੇ ਵਾਂਗ ਗਰਜਦੇ ਹੈ ਅਤੇ ਗਰਜ ਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ
ਜਗਤ ਲਈ ਸੁੱਖਾਂ ਦੀ ਵਾੜੀ ਹੀ ਮਾਨੋ ਸਮਝ ਲੈਣਾ ਕਰੋ। ਜਦੋਂ ਗਰਜਦੇ ਐ ਤੁਰਕਾਂ ਦਾ ਨਾਸ ਕਰਦੇ ਐ ਤੇ ਜਗਤ ਨੂੰ ਸੁੱਖ ਦੇਣ ਵਾਲੇ ਐ। ਵਾਰੀ ਗੁਰ ਖਟ ਪਰ ਬਹੁ ਵਾਰੀ, ਖਟ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਉੱਪਰ ਮੇਰੀ ਕਹਿੰਦੇ ਇੱਕ ਵਾਰੀ ਨਹੀਂ ਬਹੁਤ ਵਾਰੀ ਨਮਸਕਾਰ ਹੈ। ਭਾਵ ਮਹਿ ਭਾਵ ਕੇ ਰੰਕ ਜੇ, ਭਾਵ ਸਮ ਹੋਏ ਕਿਰਪਾਲ। ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜਦੋਂ ਮਹਾਰਾਜ ਦੀ ਧਰਤੀ ਤੇ ਆਏ ਸੀ, ਸੰਦਲੀ ਤੇ ਫੂਲ ਵਰਗਿਆਂ ਨੇ ਢਿੱਡ ਆਪਣਾ ਖੜਕਾਇਆ। ਕਾਲਾ ਜਦੋਂ ਮਹਾਰਾਜ ਜੀ ਦੇ ਕੋਲੇ ਲੈ ਕੇ ਗਿਆ ਸੀ, ਗਰੀਬ ਨਵਾਜ ਨੇ ਪੁੱਛਿਆ ਸੀ ਕਿ ਕਾਲੇ ਕੀ ਇਹ ਕੌਣ ਨੇ ਅਤੇ ਢਿੱਡ ਕਿਉਂ ਖੜਕਾਉਂਦੇ ਐ। ਉਸ ਵਕਤ ਕਾਲੇ ਨੇ ਆਖਿਆ ਸੀ ਕਿ ਮਹਾਰਾਜ ਮੇਰੇ ਭਤੀਜੇ ਐ, ਭੁੱਖੇ ਐ। ਮਹਾਰਾਜ ਨੇ ਬਚਨ ਕਰ ਦਿੱਤਾ ਸੀ ਕਿ ਭੁੱਖੇ ਨਹੀਂ, ਇਹ ਤਾਂ ਜਗਤ ਦੀ ਪਾਲਣਾ ਕਰਨ ਵਾਲੇ ਹੋਣਗੇ। ਉਸ ਵਕਤ ਬਚਨ ਕੀਤਾ ਪਾਲਕ ਪ੍ਰਿਥਵੀ ਕੇ ਕਰੇ, ਕਿ ਤਾਂ ਪ੍ਰਿਥਵੀ ਦੇ ਪਾਲਕ ਬਣ ਜਾਣਗੇ, ਜਗਤ ਦੇ ਮਾਲਕ ਬਣਾ ਦਿੱਤਾ। ਰਾਜੇ ਮਹਾਰਾਜੇ ਬਣਾਇਆ ਸੀ। ਸਤਵੇਂ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਹੈ ਕਿ ਪਟਿਆਲੇ ਕੇ ਵਾਲੇ ਜਿਹੜੇ ਹਮੇਸ਼ਾ ਮਹਾਰਾਜੇ ਰਹਿਣਗੇ, ਰਾਜ ਭਾਗ ਭਾਵੇਂ ਨਹੀਂ, ਪਰ ਉਹਨਾਂ ਨੂੰ ਆਪਾਂ ਅੱਜ ਵੀ ਮਹਾਰਾਜੇ ਕਹਿ ਕੇ ਬੁਲਾਉਂਦੇ ਹਾਂ। ਜੇ ਕਿਤੇ ਰਾਜ ਭਾਗ ਖੁੱਸ ਵੀ ਜਾਂਦਾ ਹੈ ਨਾ, ਪਰ ਫਿਰ ਵੀ ਮਹਾਰਾਜੇ ਕਹਿ ਕੇ ਹਰ ਇੱਕ ਉਹਨਾਂ ਨੂੰ ਬੁਲਾਉਂਦਾ ਹੈ। ਇਸੇ ਤਰ੍ਹਾਂ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਮੰਗਲ ਆਪ ਸੰਗਤ ਨੇ ਸ਼ਰਵਣ ਕੀਤਾ ਸੀ। ਅੱਜ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ, ਉਹਨਾਂ ਦਾ ਪਵਿੱਤਰ ਮੰਗਲ ਆ ਰਿਹਾ ਹੈ। ਗੁਰਸੰਗਤ ਜੀ ਮਨ ਬਿਰਤੀਆਂ ਇਕਾਗਰ ਕਰਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਦੀ ਪਵਿੱਤਰ ਕਥਾ ਆਪ ਸ਼ਰਵਣ ਕਰੋ। ਦਾਸ ਦੀ ਹਾਜ਼ਰੀ ਆਪਣੀ ਹਾਜ਼ਰੀ ਗੁਰੂ ਚਰਨਾਂ ਦੇ ਅੰਦਰ ਲਵਾਓ। ਕੋਈ ਵੀ ਸੰਗਤ ਵਾਂਝੀ ਨਾ ਰਵੇ। ਬੁਲੰਦ ਆਵਾਜ਼ ਦੇ ਵਿੱਚ ਸਾਰੇ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠਾ ਸਭ ਦਰਸ਼ਨ ਕੋ ਸਾਰ, ਦਰਸ਼ਨ ਪਰਸਨ ਤੇ ਲਹੈ। ਸਭ ਦਰਸ਼ਨ ਕੋ ਸਾਰ। ਦਰਸ਼ਨ ਨਾਮ ਸ਼ਾਸਤਰਾਂ ਦਾ ਹੁੰਦਾ ਹੈ। ਗੁਰਸੰਗਤ ਜੀ 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, 4 ਵੇਦ, ਇਹ ਸਾਰੇ ਗ੍ਰੰਥ ਮੰਨੇ ਜਾਂਦੇ ਹੈ। ਇਹਨਾਂ ਦਾ ਕਹਿੰਦੇ ਜਿਹੜਾ ਸਾਰ ਸਿਧਾਂਤ ਹੁੰਦਾ, ਭਾਵੇਂ ਨਿਚੋੜ ਕੱਢ ਲਓ, ਭਾਵੇਂ ਸਿਧਾਂਤ ਕੱਢ ਲਓ, ਨਿਚੋੜ ਕੱਢ ਲਓ, ਰਸ ਕੱਢ ਲਓ, ਉਹ ਰਸ ਜੇ ਕਿਤੇ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਕਹਿੰਦੇ ਇੱਕੋ ਵਾਰੀ ਦਰਸ਼ਨ ਹੋ ਜਾਣ, ਅਤੇ ਇੰਨੇ ਗ੍ਰੰਥਾਂ ਦਾ ਸਾਰ ਵੀ ਉਹਨਾਂ ਦੇ ਤੁੱਲ ਨਹੀਂ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਐਸਾ ਜਿਹੜਾ ਦਰਸ਼ਨ ਹੈ, ਕਹਿੰਦੇ ਦਰਸ਼ਨ ਪਰਸਨ ਤੇ ਲਹੈ। ਇੰਨੇ ਗ੍ਰੰਥਾਂ ਦਾ ਸਾਰ ਸਿਧਾਂਤ ਜੇ ਪੜ੍ਹ ਵੀ ਲਈਏ ਤੇ ਮਹਾਰਾਜ ਜੀ ਦੇ ਦਰਸ਼ਨਾਂ ਦੇ ਸਾਰ ਤੁੱਲ ਨਹੀਂ। ਤੇ ਦਰਸ਼ਨ ਕਰਦਿਆਂ ਸਾਰ ਇੰਨੇ ਸ਼ਾਸਤਰਾਂ ਦੀ ਗਿਆਨ ਪਾ ਲੈਂਦਾ ਹੈ, ਸ਼ਾਸਤਰਾਂ ਦਾ ਗਿਆਤ ਪ੍ਰਾਪਤ ਕਰ ਲੈਂਦਾ ਹੈ। ਹਾਥ ਸੋ ਦਰਸ਼ਨ ਧਾਰ, ਸ੍ਰੀ ਹਰਿਕ੍ਰਿਸ਼ਨ ਸੋ ਬੰਦਨਾ। ਗਰੀਬ ਨਵਾਜ ਨੇ ਆਪਣੇ ਹਸਤ ਕਮਲ ਦੇ ਵਿੱਚ ਸੁਦਰਸ਼ਨ ਧਾਰਨ ਕੀਤਾ ਹੋਇਆ ਹੈ। ਸੁਦਰਸ਼ਨ ਨਾਮ ਹੁੰਦਾ ਫੁੱਲਾਂ ਵਾਲੀ ਛਟੀ ਦਾ। ਗੁਰਸੰਗਤ ਜੀ ਜਦੋਂ ਪੰਜੋਖਰਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਪੁੱਜੇ ਸਨ, ਉਸ ਵਕਤ ਲਾਲ ਚੰਦ ਨਾਮੇ ਇੱਕ ਪੰਡਤ ਆਇਆ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਦਾ ਪੰਡਾਲ ਸਜਿਆ ਹੋਇਆ ਹੈ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੰਗਤ ਦੇ ਅੰਦਰ ਸੋਭਾ ਪਾ ਰਹੇ ਹੈ। ਉਸ ਵਕਤ ਮਹਾਰਾਜ ਜੀ ਦੇ ਨਾਲ ਸਿੱਖ ਬਾਹਰ ਪਹਿਰੇਦਾਰੀ ਤੇ ਖੜੇ ਹੋਏ ਹੈ। ਲਾਲ ਚੰਦ ਨਾਮੇ ਪੰਡਤ ਨੇ ਪੁੱਛਿਆ ਕਿ ਇਹ ਕਿਹੜਾ ਐਸਾ ਸੂਰਬੀਰ ਯੋਧਾ ਆਇਆ ਕਿ ਜਿਸ ਦੇ ਨਾਲ ਇੰਨੀ ਸੰਗਤ ਹੈ, ਜਿਸ ਦਾ ਇੰਨਾ ਪ੍ਰਤਾਪ ਹੈ। ਉਸ ਵਕਤ ਸਿੱਖਾਂ ਨੇ ਆਖਿਆ ਕਿ ਇਹ ਸਿੱਖਾਂ ਦੇ 8ਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਆਏ ਹੈ। ਲਾਲ ਚੰਦ ਨੇ ਸ਼ੰਕਾ ਕੀਤੀ ਕਿ ਇਹ ਕ੍ਰਿਸ਼ਨ ਜੀ ਤੋਂ ਕਿਵੇਂ ਵੱਡੇ ਹੋ ਸਕਦੇ ਹੈ। ਉਹਨਾਂ ਦਾ ਤਾਂ ਨਾਮ ਕ੍ਰਿਸ਼ਨ ਜੀ ਸੀ, ਅਤੇ ਇਹਨਾਂ ਨੇ ਆਪਣਾ ਨਾਮ
ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਰਖਾਇਆ ਹੋਇਆ ਹੈ। ਇਹ ਕਿਵੇਂ ਹੋ ਸਕਦਾ ਹੈ? ਕਿਹੜੇ ਏਡੇ ਗਿਆਤੇ ਹੋ ਗਏ? ਇਹ ਛੋਟੀ ਜੀ ਉਮਰ ਦੇ ਤਾਂ ਹੈ, ਕਿੰਨੀ ਕੁ ਇਹਨਾਂ ਨੇ ਵਿਦਿਆ ਪੜ੍ਹੀ ਹੋਵੇਗੀ? ਇਸ ਤਰ੍ਹਾਂ ਦੀ ਜਦੋਂ ਸ਼ੰਕਾ ਕੀਤੀ, ਸਿੱਖਾਂ ਨੇ ਆ ਕੇ 8ਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਦੱਸਿਆ। ਮਹਾਰਾਜ ਜੀ ਨੇ ਕਿਹਾ ਕਿ ਭਾਈ ਇਹ ਜਿਹੜਾ ਜ਼ਿਆਦੀ ਵਿਦਿਆ ਪੜ੍ਹ ਜਾਵੇ ਇਹ ਮੂਰਖ ਹੀ ਜ਼ਿਆਦਾ ਹੋ ਜਾਂਦਾ ਹੈ, ਕਿਉਂਕਿ ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਹੰਕਾਰ। ਮਨ ਦੇ ਅੰਦਰ ਹੰਕਾਰ ਹੋ ਆਇਆ ਲਾਲ ਚੰਦ ਦੇ। ਅਗਲੇ ਦਿਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਸਿੱਖਾਂ ਨੂੰ ਕਿਹਾ ਸੀ ਕਿ ਉਹਨੂੰ ਭਾਈ ਦੁਬਾਰਾ ਬੁਲਾ ਲਿਓ, ਦੁਬਾਰਾ ਬੁਲਾਇਆ ਗਿਆ ਸ਼ੰਕਾ ਦੂਰ ਕਰਨ ਵਾਸਤੇ। ਆ ਕੇ ਮਹਾਰਾਜ ਦੇ ਕੋਲੇ ਕਹਿਣ ਲੱਗਾ, ਮਹਾਰਾਜ ਤੁਹਾਡਾ ਨਾਮ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਹੈ, ਨਾਮ ਤਾਂ ਤੁਸੀਂ ਐਡਾ ਰਖਾ ਲਿਆ, ਕਦੇ ਗੀਤਾ ਦੇ ਅਰਥ ਵੀ ਪੜ੍ਹੇ ਆ ਕਿ ਅਰਥ ਆਉਂਦੇ ਵੀ ਹੈ ਜਾਂ ਨਹੀਂ ਆਉਂਦੇ? ਮਹਾਰਾਜ ਕਹਿੰਦੇ ਭਾਈ ਤੇਰੇ ਮਨ ਦੇ ਵਿੱਚ ਸ਼ੰਕਾ ਰਹਿ ਜਾਊਗੀ, ਕਿਉਂਕਿ ਤੂੰ ਆਖਣਾ ਛੋਟੀ ਉਮਰ ਦੇ ਵਿੱਚ ਹੈ, ਗੁਰੂ ਘਰਾਣੇ ਦੇ ਵਿੱਚੋਂ ਹੈ, ਇਹਨੇ ਕਿਤੇ ਨਾ ਕਿਤੇ ਮਹਾਰਾਜ ਦੇ ਕੋਲੇ ਜਾਂ ਗੁਰੂਆਂ ਦੇ ਕੋਲੇ ਰਹਿੰਦਿਆਂ ਹੋਇਆਂ ਕੁਝ ਨਾ ਕੁਝ ਪੜ੍ਹ ਲਿਆ ਹੋਵੇਗਾ, ਸਿੱਖ ਲਿਆ ਹੋਵੇਗਾ। ਕਹਿੰਦੇ ਜੇ ਅਸੀਂ ਸੁਣਾਏ ਤਾਂ ਤੂੰ ਸ਼ੰਕਾ ਕਰੇਂਗਾ, ਤੇ ਜਾਂ ਕਿਸੇ ਨੂੰ ਵੀ ਤੂੰ ਲਿਆ ਸੰਸਾਰ ਦੇ ਅੰਦਰੋਂ, ਨਗਰ ਦੇ ਅੰਦਰੋਂ ਕਿਸੇ ਨੂੰ ਵੀ ਪਕੜ ਕੇ ਲਿਆ, ਉਹਦੇ ਤੋਂ ਅਸੀਂ ਅਰਥ ਕਢਾ ਲਵਾਂਗੇ। ਉਸ ਵਕਤ ਜਦੋਂ ਗਿਆ, ਇੱਕ ਛੱਜੂ ਝੌਰ ਸੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਨੂੰ ਮੰਨਦਾ ਹੋਇਆ ਲਾਲ ਚੰਦ ਪੰਡਤ ਸੀ। ਉਹਨੇ ਛੱਜੂ ਨੂੰ ਜਦੋਂ ਪਕੜ ਕੇ ਲੈ ਕੇ ਆਇਆ, ਇੱਕ ਤਾਂ ਇਹ ਹੈ ਬੌਲਾ ਜਿਹਾ ਸੀ, ਮੈਲੇ ਕਚੈਲੇ ਜੇ ਕੱਪੜੇ ਪਾਏ ਸੀ, ਕੱਪੜੇ ਧੋ ਕੇ ਆਪਣਾ ਗੁਜ਼ਾਰਾ ਕਰਦਾ ਸੀ। ਪਰ ਪਹਿਲੀ ਵਾਰੀ ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਸੁੱਧ ਜਿਹੜਾ ਮਨ ਦੇ ਅੰਦਰ ਸੁੱਧ ਬੁੱਧ ਨਹੀਂ ਰਹੀ, ਵਿਸਰ ਗਿਆ ਸਭ ਕੁਝ। ਗਰੀਬ ਨਵਾਜ ਨੇ ਹੁਕਮ ਕੀਤਾ, ਸਿੱਖੋ ਇਹਨੂੰ ਚੰਗੇ ਸਵੱਛ ਬਰਤ ਜੇ ਬਸਤਰ ਹੈ ਪਹਿਨਾਓ। ਨਵਾ ਧਵਾ ਕੇ ਚੰਗੀ ਤਰ੍ਹਾਂ ਗਰੀਬ ਨਵਾਜ ਦੇ ਜਦੋਂ ਕੋਲੇ ਲੈ ਕੇ ਆਏ, ਫੁੱਲਾਂ ਵਾਲੀ ਪਕੜੀ ਗਰੀਬ ਨਵਾਜ ਨੇ ਆਪਣੇ ਹਸਤ ਕਮਲ ਦੇ ਵਿੱਚ ਸੁੱਟੀ ਅਤੇ ਛੱਜੂ ਝੌਰ ਦੇ ਉਸ ਵਕਤ ਸੀਸ ਦੇ ਉੱਪਰ ਲਾਈ, ਸਿਰ ਦੇ ਉੱਪਰ ਲਾਈ। ਉਸ ਵਕਤ ਪੰਡਤ ਨੂੰ ਕਹਿਣ ਲੱਗਾ ਕਿ ਦੱਸ ਕਿਹੜੇ ਸ਼ਾਸਤਰ ਦੇ ਅੰਦਰ ਪ੍ਰਵੇਸ਼ ਹੋਣਾ ਹੈ? ਕਸਮੰ ਸ਼ਾਸਤਰ ਪ੍ਰਵਿਰਤ ਤੇ, ਕਿ ਕਿਹੜੇ ਸ਼ਾਸਤਰ ਦੇ ਅੰਦਰ ਪ੍ਰਵੇਸ਼ ਹੋਣਾ ਹੈ? ਦੱਸ ਕਿਹੜੀ ਗੀਤਾ ਦੇ ਅਰਥ ਕੋਈ ਮੇਥੋਂ ਕਰਾਉਣੇ ਆ? ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਛੱਜੂ ਨੇ ਉਸ ਵਕਤ ਗੀਤਾ ਦੇ ਅਰਥ ਕਰ ਦਿੱਤੇ ਸੀ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਛੱਜੂ ਝੌਰ ਤੋਂ ਗਰੀਬ ਨਵਾਜ ਨੇ ਗੀਤਾ ਦੇ ਅਰਥ ਕਰਾ ਦਿੱਤੇ ਸੀ, ਮੂਰਖ ਤੋਂ ਗੀਤਾ ਦੇ ਅਰਥ ਕਰਾ ਦਿੱਤੇ ਸੀ। ਇੱਕ ਸੋਟੀ ਉਹਦੇ ਸੀਸ ਤੇ ਲਾ ਕੇ, ਫੁੱਲਾਂ ਵਰਗੀ ਸੋਟੀ ਗਰੀਬ ਨਵਾਜ ਨੇ ਉਹਦੇ ਜਦੋਂ ਸਿਰ ਤੇ ਲਾਈ, ਤੇ ਕਿਹੜੇ ਸ਼ਸਤਰ ਦੇ ਵਿੱਚ ਕਹਿੰਦਾ ਪ੍ਰਵੇਸ਼ ਹੋਣਾ। ਹੈਰਾਨ ਹੋ ਗਿਆ ਸੀ ਲਾਲ ਚੰਦ ਕਿ ਮੈਂ ਤਾਂ ਇਹਨੂੰ ਕ੍ਰਿਸ਼ਨ ਜੀ ਵਰਗਾ ਮੰਨੀ ਬੈਠਾ ਸੀ ਗੁਰੂ ਮਹਾਰਾਜ ਨੂੰ, ਇਹ ਤਾਂ ਸਭਨਾਂ ਤੋਂ ਉੱਪਰ ਦੀਆਂ ਹੀ ਗੱਲਾਂ ਨੇ। ਇਸ ਕਰਕੇ ਕਵੀ ਜੀ ਨੇ ਉਸ ਜਿਹੜਾ ਹੈ ਸੰਕੇਤ ਇੱਥੇ ਦਿੱਤਾ ਹੈ ਕਿ ਹਾਥ ਸੁਦਰਸ਼ਨ ਧਾਰ। ਮਹਾਰਾਜ ਜੀ ਨੇ ਆਪਣੇ ਹਸਤ ਕਮਲ ਦੇ ਵਿੱਚ ਸੁਦਰਸ਼ਨ ਭਾਵ ਫੁੱਲਾਂ ਵਾਲੀ ਸੋਟੀ ਧਾਰਨ ਕੀਤੀ ਹੈ। ਸ਼੍ਰੀ ਹਰਿਕ੍ਰਿਸ਼ਨ ਸੋ ਬੰਧਨਾ। ਕਹਿੰਦੇ ਸੰਗਤ ਜੀ, ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਮੈਂ ਨਮਸਕਾਰ ਕਰਦਾ, ਬੰਧਨਾ ਕਰਦਾ, ਤੇ ਤੁਸੀਂ ਵੀ ਭਾਈ ਨਮਸਕਾਰ ਕਰੋ ਐਸੇ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ। ਸਵਈਆ ਮਾਨਸ ਤੀਰ ਮੇਰਾ ਲਬ ਰਾਜਤ। ਅਤੇ ਕਵੀ ਜੀ ਹੁਣ 9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਵਿੱਤਰ ਮੰਗਲ ਕਰਦੇ ਹੈ। ਕਹਿੰਦੇ ਮਾਨਸ ਤੀਰ, ਤੀਰ ਨਾਮ ਕਿਨਾਰੇ ਦਾ ਹੁੰਦਾ ਹੈ, ਮਾਨਸ ਨਾਮ ਮਾਨ ਸਰੋਵਰ ਦਾ ਹੁੰਦਾ ਹੈ। ਕਿ ਮਾਨ ਸਰੋਵਰ ਦੇ ਤੀਰ ਕਿਨਾਰੇ ਜਿਹੜੇ ਮਰਾਲ ਵਿਰਾਜਤ, ਮਰਾਲ ਹੰਸਾਂ ਨੂੰ ਕਿਹਾ ਜਾਂਦਾ ਹੈ। ਗੁਰਸੰਗਤ ਜੀ, ਜਿੱਥੇ ਵੀ ਮਾਨ ਸਰੋਵਰ ਹੈ, ਮਾਨ ਸਰੋਵਰ ਦੇ ਕਿਨਾਰੇ ਇੱਕ ਨਹੀਂ ਅਨੇਕਾਂ ਹੀ ਹੰਸ ਵਸਦੇ ਹੈ।
ਇਸ ਕਰਕੇ ਕਵੀ ਜੀ ਕਹਿੰਦੇ ਮਾਨ ਸਰੋਵਰ ਦੇ ਕਿਨਾਰੇ ਬਹੁਤ ਮਰਾਲ ਬਿਰਾਜਤ ਹੰਸ ਬਿਰਾਜ ਰਹੇ ਆ, ਵਸ ਰਹੇ ਆ। ਤਿਉ ਸਿੱਖ ਸ੍ਰੀ ਗੁਰੂ ਤੇਗ ਬਹਾਦਰ। ਜਿਵੇਂ ਮਾਨ ਸਰੋਵਰ ਤੇ ਹੰਸ ਬਿਰਾਜਦੇ ਐ, ਇਸੇ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਹਨਾਂ ਦੇ ਕੋਲੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਸਿੱਖ ਹੰਸਾਂ ਦੇ ਵਾਂਗ ਬਿਰਾਜ ਰਹੇ ਐ। ਮਾਨ ਸਰੋਵਰ ਤੇ ਤਾਂ ਹੰਸ ਬਿਰਾਜਦੇ ਐ ਤੇ ਗੁਰੂ ਰੂਪੀ ਮਾਨ ਸਰੋਵਰ ਤੇ ਭਾਈ ਹੰਸ ਬਿਰਾਜ ਰਹੇ ਐ। ਤੇ ਜਿਹੜੇ ਮੋਤੀ ਚੁਗ ਰਹੇ ਆ, ਕਿਹੜੇ ਮੋਤੀ ਚੁਗਦੇ ਆ? ਸਤ, ਸੰਤੋਖ, ਦਇਆ, ਧਰਮ ਆਦਿ ਦੈਵੀ ਗੁਣਾ ਰੂਪੀ ਚੰਗੇ ਗੁਣਾ ਰੂਪੀ ਮੋਤੀ ਹੈ, ਉਹ ਸਿੱਖਾਂ ਰੂਪੀ ਹੰਸ ਚੁਗ ਰਹੇ ਐ। ਮਾਨਸ ਮੈਂ ਧਰ ਧਿਆਨ ਨਮੋ ਕਰ। ਕਵੀ ਜੀ ਕਹਿੰਦੇ ਮੈਂ ਐਸੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਮਾਨਸ ਨਾਮ ਭਾਵ ਮਨ ਦਾ, ਕਿ ਆਪਣੇ ਮਨ ਨੂੰ ਬੜੇ ਹੀ ਨਿਮਰਤਾ ਦੇ ਸਹਿਤ ਕਰਕੇ, ਬੜਾ ਹੀ ਆਜ਼ਿਜ਼ ਨਿਮਾਣਾ ਹੋ ਕੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਤੇ ਨਮੋ ਨਮਸਕਾਰ ਕਰਦਾ ਹਾਂ, ਸਿਰ ਧਰਤੀ ਤੇ ਰੱਖ ਕੇ। ਰਾਖਵ ਧਰਮ ਵਿਸਾਲ ਬਹਾਦਰ। ਕਿਉਂਕਿ ਗਰੀਬ ਨਵਾਜ਼ ਸਤਿਗੁਰੂ ਤੇਗ ਬਹਾਦਰ ਮਹਾਰਾਜ ਧਰਮ ਦੀ ਰੱਖਿਆ ਕਰਨ ਵਾਲੇ ਹੈ, ਬਹਾਦਰ ਹੈ, ਸੂਰਮੇ ਹੈ, ਜਿਨ੍ਹਾਂ ਨੇ ਰੱਖਿਆ ਕੀਤੀ। ਕੋਈ ਪਾਪ ਨਹੀਂ ਜਿਹੜਾ ਕਰਕੇ ਰੱਖਿਆ ਕੀਤੀ, ਕਿਸੇ ਦਾ ਖੂਨ ਨਹੀਂ ਡੋਲਿਆ। ਤੇ ਗਰੀਬ ਨਵਾਜ਼ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੇ ਸਭ ਧਰਮ ਦੀ ਰੱਖਿਆ ਕੀਤੀ, ਇਕੱਲੇ ਹਿੰਦੂਆਂ ਦੀ ਰੱਖਿਆ ਨਹੀਂ ਕੀਤੀ ਸੀ। ਕਿਉਂਕਿ ਔਰੰਗਜ਼ੇਬ ਇੰਨਾ ਨਿਰਦਈ ਹੋ ਚੁੱਕਾ ਸੀ, ਉਹ ਗੁਰਸੰਗਤ ਜੀ ਅਨੇਕਾਂ ਹੀ ਹਿੰਦੂਆਂ ਨੂੰ ਮਾਰ ਕੇ, ਹਿੰਦੂਆਂ ਦੇ ਮੰਦਰ ਢਾਹ ਕੇ ਰੋਟੀ ਖਾਇਆ ਕਰਦਾ ਸੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਨੇ ਧਰਮ ਦੀ ਖਾਤਰ ਆਪਣਾ ਸੀਸ ਬਲਿਦਾਨ ਦੇ ਦਿੱਤਾ। ਸੀਸ ਦਿਆ ਪਰ ਸਿਰ ਨਾ ਦਿਆ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਜੀ ਐਸੇ ਧਰਮ ਦੇ ਰੱਖਿਅਕ ਹਨ। ਮਾਨਸ ਦਾਹਿਨ ਜੇ ਵਿਦ ਦਾਹਿਨ। ਧੰਨ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਮਾਨਸ ਦਾਹਨ ਜੇ ਵਿਦ ਦਾਹਨ। ਜਿਹੜੇ ਮਾਨਸ ਗੁਰ ਇਸੇ ਤਰ੍ਹਾਂ ਜਿਹੜੇ ਮਨੁੱਖ ਹਨ, ਉਹਨਾਂ ਦੇ ਹਮੇਸ਼ਾ ਦਾਹਨ ਸੱਜੇ ਪਾਸੇ ਰਹਿੰਦੇ ਹੈ। ਜਦੋਂ ਮਨੁੱਖ 'ਤੇ ਕੋਈ ਬਿਪਤਾ ਆ ਕੇ ਪੈਂਦੀ ਹੈ, ਕਿਸੇ ਪ੍ਰਕਾਰ ਦੀ ਬਿਪਤਾ ਆ ਕੇ ਪੈ ਜਾਵੇ, ਉਸ ਵਕਤ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਦਾਸਾਂ ਦੇ, ਆਪਣੇ ਸਿੱਖਾਂ ਦੇ, ਆਪਣੇ ਸੇਵਕਾਂ ਦੇ ਸੱਜੇ ਪਾਸੇ ਖੜ੍ਹੇ ਹੋ ਕੇ ਉਹਨਾਂ ਦੇ ਜਿਹੜੇ ਦੁੱਖ ਹਨ ਦਾਹਨ ਕਰ ਦਿੰਦੇ ਹੈ, ਬਿਪਤਾ ਨੂੰ ਦਾਹਨ ਕਰ ਦਿੰਦੇ ਹੈ। ਹਮੇਸ਼ਾ ਸਿੱਖਾਂ ਦੀ ਸਹਾਇਤਾ ਦੇ ਵਾਸਤੇ ਸੱਜੇ ਪਾਸੇ ਖੜ੍ਹੇ ਹੁੰਦੇ ਹੈ। ਦਾਹਨ ਦੋਸਨ ਹੋਤ ਸੁਹਾਦਰ। ਅਤੇ ਨਾਲੇ ਦਾਹਨ ਦੋਸਨ, ਦੋਸ਼ ਜਿਹੜੇ ਸਿੱਖਾਂ ਦੇ ਹੈ ਉਹਨਾਂ ਨੂੰ ਵੀ ਦਾਹਨ ਨਾਸ ਕਰਦੇ ਹੈ। ਅਤੇ ਹੋਤ ਸੁਹਾਦਰ, ਹਾਦਰ ਨਾਮ ਹੁੰਦਾ ਹਾਜ਼ਰ ਦਾ। ਜਿਵੇਂ ਮੱਖਣ ਸ਼ਾਹ ਲਵਾਣੇ ਦਾ ਗੁਰਸੰਗਤ ਜੀ ਸਮੁੰਦਰ ਦੇ ਵਿੱਚ ਜਹਾਜ਼ ਡੁੱਬਣ ਲੱਗਿਆ ਸੀ ਨਾ, ਤੇ ਗਰੀਬ ਨਵਾਜ਼ ਨੇ ਮੋਢਾ ਲਾ ਕੇ ਆਪਣੇ ਸਿੱਖ ਮੱਖਣ ਸ਼ਾਹ ਲਵਾਣੇ ਦਾ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਜਹਾਜ਼ ਪਾਰ ਲਾ ਦਿੱਤਾ ਸੀ। ਜਿੱਥੇ ਵੀ ਕੋਈ ਸਿੱਖ ਮਹਾਰਾਜ ਨੂੰ ਯਾਦ ਕਰਦੇ ਹੈ, ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਕੋਈ ਵੀ ਅਰਦਾਸ ਬੇਨਤੀ ਕਰਦਾ ਹੈ, ਤੇ ਮਹਾਰਾਜ ਸਿੱਖਾਂ ਦੇ ਹਮੇਸ਼ਾ ਹੀ ਹਾਜ਼ਰ ਨਾਜ਼ਰ ਰਹਿੰਦੇ ਹੈ। ਮਾਨ ਸਹੀ ਜਿਮ ਸੀਖ ਕਹੀ। ਅਤੇ ਕਵੀ ਜੀ ਕਹਿੰਦੇ ਐ ਗੁਰਸਿੱਖ ਸੰਗਤੋ, ਸਿੱਖੋ ਤੁਸੀਂ ਵੀ ਹਮੇਸ਼ਾ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸਿੱਖਿਆ ਨੂੰ ਮੰਨਣਾ ਕਰੋ, ਜਿਹੜਾ ਮਹਾਰਾਜ ਜੀ ਦਾ ਵੈਰਾਗਮਈ ਬਚਨ ਹੈ। ਗੁਰਸੰਗਤ ਜੀ ਜ਼ਿਆਦਾਤਰ ਗੁਰੂ ਤੇਗ ਬਹਾਦਰ ਮਹਾਰਾਜ ਦੀ ਜਿੰਨੀ ਬਾਣੀ ਹੈ ਵੈਰਾਗਮਈ ਆਉਂਦੀ ਹੈ। ਜਿਵੇਂ ਮਹਾਰਾਜ ਜੀ ਨੇ ਬਚਨ ਕੀਤੇ ਹੈ ਕਿ ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ, ਚਿੰਤਾ ਤਾਕੀ ਕੀਜੀਐ, ਜੋ ਅਨਹੋਣੀ ਹੋਏ, ਇਹੋ ਮਾਰਗ ਸੰਸਾਰ ਕੋ, ਨਾਨਕ ਥਿਰ ਨਹੀਂ ਕੋਏ। ਗਰੀਬ ਨਵਾਜ਼ ਦੇ ਇਹ ਪਾਵਨ ਪਵਿੱਤਰ ਬਚਨ ਹੈ, ਇਹ ਬੜੇ ਵੈਰਾਗਮਈ ਬਚਨ ਹੈ।
ਭੋਗਾਂ ਦੇ ਸ਼ਲੋਕਾਂ ਦੇ ਵਿੱਚ ਆਉਂਦੇ ਹੈ। ਤੇ ਇਸੇ ਕਰਕੇ ਕਵੀ ਜੀ ਕਹਿੰਦੇ, ਸਿੱਖ ਸੰਗਤ ਜੀ ਤੁਸੀਂ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜਿਹੜੇ ਪਵਿੱਤਰ ਬਚਨ ਨੇ ਕਿ ਨਾਨਕ ਤੁਸੀਂ ਭਾਈ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਇਸੇ ਤਰ੍ਹਾਂ ਬਚਨ ਮਹਾਰਾਜ ਦੇ ਆਉਂਦੇ ਹੈ ਕਿ ਕੋਈ ਕਿਸੇ ਤਰ੍ਹਾਂ ਦੀ ਚਿੰਤਾ ਨਾ ਕਰੋ, ਕਿਉਂਕਿ ਜਗਤ ਦੇ ਅੰਦਰ ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਏ ਨਾ ਬੰਦੈ ਧੀਰ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਵਿੱਤਰ ਬਚਨਾਂ ਨੂੰ ਬੜੀ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਮੰਨੋ, ਉਹਨਾਂ ਦੇ ਉੱਪਰ ਪਹਿਰਾ ਦਿਓ। ਬਚਨਾਂ ਨੂੰ ਇੱਕ ਇੱਕ ਅੱਖਰ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਦਾ ਸਰੂਪ ਕਰਕੇ ਮੰਨਣਾ ਕਰੋ। ਸਤਨਾਮ ਭਜੋ ਮਿਲ ਸੰਤ ਮਹਾਦਰ। ਕਹਿੰਦੇ ਸਤਨਾਮ ਭਜੋ। ਸਭ ਤੋਂ ਪਹਿਲਾਂ ਜਿਹੜਾ ਸਤ ਸੁੱਚਾ ਨਾਮ ਪ੍ਰਮਾਤਮਾ ਵਾਹਿਗੁਰੂ ਦਾ ਸ੍ਰੇਸ਼ਟ ਨਾਮ ਹੈ ਵਾਹਿਗੁਰੂ ਦਾ। ਸਤਨਾਮ ਸ਼੍ਰੀ ਵਾਹਿਗੁਰੂ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਐਸੇ ਪਵਿੱਤਰ ਨਾਮ ਨੂੰ ਤੁਸੀਂ ਭਜੋ। ਕਹਿੰਦੇ ਭਜਣਾ ਕਿਵੇਂ ਹੈ? ਸੰਤ, ਜਿਹੜੇ ਸੰਤ ਸ਼ਾਂਤ ਚਿੱਤ ਆਨੰਦ ਸਰੂਪ ਵਾਲੇ ਮਹਾਤਮਾ ਜਨ ਨੇ ਨਾ, ਉਹਨਾਂ ਦੇ ਮਹਾਂਦਰ ਸ੍ਰਿਸ਼ਟ ਦਰ ਦੇ ਉੱਪਰ ਰਹਿ ਕੇ, ਭਾਵ ਕਿਉਂਕਿ ਮਹਾਂਦਰ ਦਾ ਅਰਥ ਹੁੰਦਾ ਸਾਧ ਸੰਗਤ, ਜਿਹੜਾ ਵੱਡਾ ਦਰ ਹੈ ਗੁਰਸੰਗਤ ਜੀ, ਸਭ ਤੋਂ ਵੱਡਾ ਦਰ ਸਾਧ ਸੰਗਤ ਹੈ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੰਗਤ ਦੇ ਵਿੱਚ ਹਰੀ ਪ੍ਰਮਾਤਮਾ ਦਾ ਵਸ ਹੈ। ਸਭ ਤੋਂ ਉੱਤਮ ਸਾਧ ਸੰਗਤ ਹੈ, ਸ੍ਰਿਸ਼ਟ ਸੰਗਤ ਸਾਧੂਆਂ ਦੀ ਗੁਰ ਸੰਗਤ ਹੈ। ਇਸੇ ਕਰਕੇ ਸੰਗਤ ਦੇ ਵਿੱਚ ਰਹਿ ਕੇ ਤੁਸੀਂ 9ਵੇਂ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਨੂੰ ਅਥਵਾ ਸਤਨਾਮ ਭਜੋ। ਵਾਹਿਗੁਰੂ ਦੇ ਸਿਮਰਨ ਨੂੰ, ਸਤਨਾਮ ਨੂੰ ਸਿਮਰਨਾ ਕਰੋ, ਭਜਨਾ ਕਰੋ। ਚੌਪਈ ਵਾਰਾ ਤੁਰਕਨ ਤੇਜ ਅਪਾਰਾ। ਹੁਣ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਹ ਪਵਿੱਤਰ ਮੰਗਲ ਹੈ ਕਿ ਵਾਰਾ ਤੁਰਕਣ ਤੇਜ ਅਪਾਰਾ। ਵਾਰਾ ਨਾਮ ਹੁੰਦਾ ਹਟਾਉਣ ਦਾ, ਤੁਰਕਾਂ ਦਾ ਜਿਹੜਾ ਤੇਜ ਅਪਾਰਾ, ਪਾਰਾਵਾਰ ਤੋਂ ਰਹਿਜ ਤੇਜ ਸੀ, ਪ੍ਰਤਾਪ ਸੀ ਤੁਰਕਾਂ ਦਾ। ਗੁਰਸੰਗਤ ਜੀ 10,000 ਸਾਲ ਤੁਰਕਾਂ ਨੇ ਪੰਜਾਬ ਦੇ ਵਿੱਚ ਰਾਜ ਕੀਤਾ ਸੀ। ਇਹਦੇ ਤੋਂ ਵੀ ਵੱਧ ਰਾਜ ਕੀਤਾ ਸੀ ਤੁਰਕਾਂ ਨੇ ਬਾਬਰ ਤੋਂ ਲੈ ਕੇ। ਇੰਨਾ ਤੇਜ ਪ੍ਰਤਾਪ ਹੋਵੇ, ਕਿਉਂਕਿ ਇੱਕ ਨਾ 2 ਦਿਨ ਦਾ ਰਾਜ ਨਹੀਂ ਸੀ ਉਹਨਾਂ ਦਾ। ਇੰਨਾ ਤਪ ਸੀ ਕਿ ਮਹਾਰਾਜ ਨੂੰ ਵੀ 32 ਸਾਲ ਲੱਗੇ ਸੀ। ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਆਪ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੂੰ ਔਰੰਗਜ਼ੇਬ ਨੂੰ ਮਾਰਨ ਲੱਗਿਆਂ 32-33 ਸਾਲ ਲੱਗੇ ਸੀ। ਫਿਰ ਕਿਤੇ ਜਾ ਕੇ ਔਰੰਗਜ਼ੇਬ ਨੂੰ ਮਾਰਿਆ ਸੀ। ਇਸੇ ਕਰਕੇ ਜਿਹੜਾ ਵੀ ਭਾਈ ਖਾਤਮਾ ਕਿਸੇ ਦਾ ਕਰਨਾ ਹੈ ਨਾ, ਅੰਤ ਤਾਂ ਆਉਂਦਾ ਹੀ ਹੈ। ਹੁਣ ਜਿਵੇਂ ਕਿਸਾਨੀ ਮੋਰਚਾ ਲੱਗਿਆ ਹੋਇਆ ਸੀ, ਕਿਸਾਨੀ ਮੋਰਚਾ ਲੱਗਿਆ ਨੂੰ 1 ਸਾਲ ਤੋਂ ਵੱਧ ਹੋ ਚੁੱਕਾ ਸੀ ਅਤੇ 700 ਦੇ ਤਕਰੀਬ, ਉਸ ਤੋਂ ਵੱਧ ਹੀ ਜਿਹੜਾ ਹੈ ਸੰਗਤਾਂ ਨੇ ਸ਼ਹੀਦੀਆਂ ਪਾਈਆਂ ਉੱਥੇ। ਫਿਰ ਜਾ ਕੇ ਮੋਰਚੇ ਦੀ ਫਤਿਹ ਹੋਈ ਹੈ ਤੇ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਹੁਣ ਤਾਂ ਰੋਸ ਹੀ ਜਾਗਣਾ ਸੀ, ਜਿੱਦਾਂ ਦੇ ਹਾਲਾਤ ਹੋ ਚੁੱਕੇ ਸੀ। ਇਹ ਜਿਵੇਂ ਮਹਾਰਾਜ ਨੂੰ 32 ਸਾਲ ਲੱਗੇ ਹੈ, ਇਸੇ ਤਰ੍ਹਾਂ ਜਿਹੜੀ ਇੰਦਰਾ ਸੀ, ਜਦੋਂ ਟੈਂਕ ਉੱਤੇ ਚੜ੍ਹਾਏ ਸੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ 'ਤੇ, ਉਹਨੂੰ ਵੀ ਕੋਈ ਬਹੁਤਾ ਸਮਾਂ ਨਹੀਂ ਸੀ ਲੱਗਿਆ। ਕਿਸੇ ਨਾ ਕਿਸੇ ਨੂੰ ਤਾਂ ਬਹੁਤਾ ਸਮਾਂ ਲੱਗ ਜਾਂਦਾ, ਕੋਈ ਨਾ ਕੋਈ ਸੂਰਮਾ ਥੋੜ੍ਹੀ ਜਿਹੀ ਦੇਰ ਬਾਅਦ ਉੱਠਦਾ ਹੈ ਅਤੇ ਕਈ ਵਾਰੀ ਭਾਈ ਥੋੜ੍ਹਾ ਹੀ ਸਮਾਂ ਹੁੰਦਾ ਤੇ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਭਰਿਆ ਹੱਥ, ਉਹ ਆਪਣੇ ਸਿੱਖਾਂ ਦੇ ਮਿਹਰ ਭਰਿਆ ਹੱਥ ਰੱਖ ਦਿੰਦੇ ਆ ਅਤੇ ਨਾਸ ਕਰ ਦਿੰਦੇ ਆ ਦੁਸ਼ਮਣਾਂ ਦਾ। ਪਤਾ ਹੀ ਨਹੀਂ ਲੱਗਦਾ ਕਿ ਕਿੱਥੋਂ ਕੋਈ ਪੈਦਾ ਹੁੰਦਾ ਹੈ। ਇਹ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਦਰ ਦੀ ਵਡਿਆਈ ਹੈ। ਜਿਵੇਂ ਕਹਿੰਦੇ ਔਰੰਗਜ਼ੇਬ ਦਾ ਰਾਜ ਇੰਨਾ ਭਾਰੀ ਸੀ, ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਤੁਰਕਾਂ ਦਾ ਤੇਜ ਪ੍ਰਤਾਪ, ਜਿੰਦਾ ਕੋਈ ਪਾਰ ਨਹੀਂ ਸੀ ਪਾ ਸਕਦਾ, ਅਪਾਰਾ ਸੀ, ਭਾਵ ਉਹਦਾ ਪਾਰ ਨਹੀਂ ਸੀ ਪਾ ਸਕਦਾ। ਇੰਨਾ ਸਾਲ ਉਹਨਾਂ ਨੇ ਰਾਜ ਕੀਤਾ, ਪਰ ਪਾਰਾ ਧਰਮ ਹਿੰਦ ਵਿਸਤਾਰਾ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਛਿਨ ਮਾਤਰ ਦੇ ਵਿੱਚ ਤੁਰਕਾਂ ਦਾ ਰਾਜ ਵਾਰਾ ਹਟਾਉਣਾ ਕੀਤਾ, ਨਾਸ ਕਰ ਦਿੱਤਾ। ਤੇ ਧਰਮ ਕਿਹੜਾ ਪਾਲਿਆ?
ਕਿਉਂਕਿ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਸ਼ਹੀਦ ਹੋਣ ਦੇ ਵਾਸਤੇ ਭੇਜ ਦਿੱਤਾ ਸੀ। ਜਦੋਂ ਸਾਰੇ ਹਿੰਦੂ ਚੱਲ ਕੇ ਆਏ ਸੀ ਨਾ 22 ਧਾਰ ਦੇ ਰਾਜੇ, ਉਸ ਵਕਤ ਗਰੀਬ ਨਵਾਜ਼ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀ ਬੜੀ ਥੋੜ੍ਹੀ ਜਿਹੀ ਉਮਰ ਸੀ, ਜ਼ਿਆਦੀ ਉਮਰ ਨਹੀਂ ਸੀ। ਜਦੋਂ ਆਏ 9ਵੇਂ ਪਾਤਸ਼ਾਹ ਮਹਾਰਾਜ ਦੇ ਕੋਲੇ ਕਿ ਮਹਾਰਾਜ ਕਿਰਪਾ ਕਰੋ, ਸਾਡੇ ਧਰਮ ਦੀ ਰੱਖਿਆ ਕਰੋ, ਧਰਮ ਮਹਾਰਾਜ ਬੜਾ ਖਤਰੇ 'ਚ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲੇ ਗੱਲ ਗਈ। 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪੁੱਛਿਆ ਕਿ ਤੂੰ ਆਪਣੇ ਪਿਤਾ ਤੋਂ ਹੀਣਾ ਹੋ ਜਾਏਗਾ। ਉਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਆਖੇ ਸੀ ਕਿ ਜੇ ਇੰਨੇ ਜਿਹੜਾ ਸੰਸਾਰ ਦੇ ਅੰਦਰ ਅਤਿਆਚਾਰ ਹੋ ਰਿਹਾ ਹੈ, ਜੇ ਮੇਰੇ ਪਿਤਾ ਦੇ ਕਰਕੇ ਜੇ ਕਿਸੇ ਦਾ ਧਰਮ ਬਚਦਾ ਹੈ ਤਾਂ ਮੈਨੂੰ ਇਹਦੇ 'ਚ ਕੋਈ ਗੁੱਸਾ ਗਿੱਲਾ ਨਹੀਂ, ਮੈਨੂੰ ਕਿਸੇ ਦਾ ਕੋਈ ਕਿਸੇ ਤਰ੍ਹਾਂ ਦਾ ਭੈ ਭੀਤ ਡਰ ਨਹੀਂ ਹੈ। ਆਪਣੇ ਪਿਤਾ ਨੂੰ ਘੱਲ ਦਿੱਤਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਹਿੰਦ ਧਰਮ ਨੂੰ ਭਾਰਾ ਕਹਿੰਦੇ ਪਾਲਿਆ ਅਤੇ ਬੜਾ ਹੀ ਵਿਸਤਾਰ ਕੀਤਾ। ਤਾਰਾ ਦਾਸ ਬਿਰਦ ਸੰਭਾਰਾ, ਅਤੇ ਆਪਣੇ ਬਿਰਦ ਦੀ ਸੰਭਾਲ ਕੀਤੀ ਕਿ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਦ ਸੁਆਮੀ ਸੰਦਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਆਪਣੇ ਬਿਰਦ ਦੀ ਸੰਭਾਲ ਕੀਤੀ। ਤਾਰਾ ਦਾਸ, ਜਿਹੜੇ ਦਾਸ ਸਨ, ਸੇਵਕ ਸਨ, ਉਹਨਾਂ ਨੂੰ ਵੀ ਮਹਾਰਾਜ ਨੇ ਤਾਰ ਲਿਆ। ਭਾਰਾ ਜਸ ਕਲਗੀਧਰ ਵਾਰਾ, ਅਤੇ ਕਹਿੰਦੇ ਆ ਐਸਾ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਸ ਸੀ ਕਿ ਭਾਰਾ, ਬਹੁਤ ਭਾਰਾ ਜਸ ਸੀ ਮਹਾਰਾਜ ਜੀ ਦਾ, ਜਿਸ ਦਾ ਕਹਿੰਦੇ ਵਾਲਾ ਨਾਮ ਹੁੰਦਾ ਦਾ। ਕਲਗੀਧਰ ਵਾਰਾ, ਕਲਗੀਧਰ ਦਾ ਇੰਨਾ ਭਾਰੀ ਜਸ ਸੀ ਕਿ ਤੁਰਕ ਉਹ ਜਸ ਨੂੰ ਸਹਾਰ ਨਹੀਂ ਸੀ ਸਕੇ, ਕਿ ਜਿਨ੍ਹਾਂ ਦੀ ਮਹਾਰਾਜ ਨੇ ਰੱਖਿਆ ਕੀਤੀ ਸੀ 22 ਧਾਰ ਰਾਜਿਆਂ ਦੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਪਿਤਾ ਨੂੰ ਸ਼ਹਾਦਤ ਦੇ ਵੱਲ ਘੱਲ ਕੇ ਰੱਖਿਆ ਕੀਤੀ ਸੀ, ਤੇ ਉਹ ਜਸ ਸਹਾਰ ਨਹੀਂ ਸੀ ਸਕੇ 22 ਧਾਰ ਰਾਜੇ। ਉਲਟ ਹੋ ਗਏ ਸੀ ਉਸ ਵਕਤ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹੀ ਉਲਟ ਹੋ ਗਏ, ਜੰਗਾਂ ਲੜਨ ਲੱਗੇ ਸਨ। ਇਸ ਕਰਕੇ ਇੰਨਾ ਭਾਰੀ ਜਸ ਸੱਚੇ ਪਾਤਸ਼ਾਹ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੀ। ਹਾਨੀ ਗਨ ਬਿਗਨੋ ਸੁਖਦਾਨੀ, ਹੁਣ ਸ੍ਰਿਸ਼ਟ ਜੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਬਾਣੀ ਹੈ। ਪਵਿੱਤਰ ਬਾਣੀ ਕੈਸੀ ਬਾਣੀ ਹੈ ਕਿ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਕਵੀ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਾ ਪਵਿੱਤਰ ਮੰਗਲ ਕਰਦੇ ਹੈ ਕਿ ਹਾਨੀ ਗਨ ਬਿਗਨੋ ਹੋ ਸੁਖਦਾਨੀ, ਕਿ ਮਹਾਰਾਜ ਦੇ ਸੱਚੇ ਪਾਤਸ਼ਾਹ ਮਹਾਰਾਜ ਦੀ ਪਵਿੱਤਰ ਬਾਣੀ ਹੈ ਕਿ ਅਨੇਕਾਂ ਬਿਗਨਾਂ ਨੂੰ ਹਾਨੀ ਨਾਸ ਕਰਨ ਵਾਲੀ ਹੈ, ਗਨ ਨਾਮ ਸਮੂਹ ਬਿਗਨਾਂ ਨੂੰ ਨਾਸ ਕਰਨ ਵਾਲੀ ਹੈ, ਅਤੇ ਸੁਖਦਾਨੀ, ਸੁੱਖਾਂ ਦੀ ਦਾਤੀ ਹੈ ਭਾਈ। ਪਰ ਜਿਹੜਾ ਵੀ ਉਲਟ ਹੋ ਜਾਂਦਾ ਉਹਨਾਂ ਨੂੰ ਦੁੱਖ ਵੀ ਘਰਾਂ ਦੇ ਵਿੱਚੋਂ ਨਿਕਲਦਾ ਨਹੀਂ ਹੁੰਦਾ। ਜਿਹੜਾ ਮਹਾਰਾਜ ਦੀ ਬਾਣੀ ਦਾ ਸਤਿਕਾਰ ਨਹੀਂ ਕਰਦਾ, ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਦਾ ਆਦਰ ਨਹੀਂ ਕਰਦਾ, ਕਈਆਂ ਦਾ ਐਸਾ ਸੁਭਾਅ ਹੁੰਦਾ ਹੈ ਕਿ ਉਹ ਜਦੋਂ ਘਰਾਂ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੁੰਦੇ ਹੈ, ਨਾ ਤਾਂ ਗ੍ਰੰਥੀ ਸਿੰਘ ਦਾ ਜਿਹੜਾ ਸਤਿਕਾਰ ਕਰਦੇ ਹੈ, ਨਾ ਮਹਾਰਾਜ ਦੀ ਬਾਣੀ ਦਾ ਸਤਿਕਾਰ ਕਰਦੇ ਆ, ਉਹਨਾਂ ਨੂੰ ਫਿਰ ਉਸ ਤਰ੍ਹਾਂ ਦਾ ਭਾਈ ਦੁੱਖ ਸੁੱਖ ਆ ਕੇ ਚਿੰਬੜਦਾ। ਪਰ ਜਿਹੜੇ ਐਡੇ ਸ਼ਰਧਾਲੂ ਪਰਿਵਾਰ ਨੇ ਕਿ ਮਹਾਰਾਜ ਦੀ ਬਾਣੀ ਨੂੰ ਨਿਰੰਕਾਰ ਦਾ ਸਰੂਪ ਜਾਣ ਕੇ ਪੂਜਦੇ ਹੈ, ਨਾਲੇ ਪਾਠੀ ਸਿੰਘਾਂ ਦੀ ਸੇਵਾ ਕਰਦੇ ਹੈ, ਮਹਾਰਾਜ ਦਾ ਵਜ਼ੀਰ ਜਾਣ ਕੇ ਪੂਜਦੇ ਹੈ, ਬੜੀ ਸੇਵਾ ਕਰਦੇ ਹੈ, ਕਦੇ ਹੱਥ ਧੋਵਾਉਂਦੇ ਹੈ, ਕਦੇ ਵਧੀਆ ਬਣਾ ਕੇ ਲੰਗਰ ਤਿਆਰ ਕਰਕੇ ਛਕਾਉਂਦੇ ਹੈ, ਤਰ੍ਹਾਂ ਤਰ੍ਹਾਂ ਦੇ ਪਦਾਰਥ, ਤਰ੍ਹਾਂ ਤਰ੍ਹਾਂ ਦੇ ਬਸਤਰ, ਧਨ ਦੌਲਤ ਦੀ ਜਿਹੜੀ ਤੋਟ ਨਹੀਂ ਆਉਣ ਦਿੰਦੇ ਗ੍ਰੰਥੀ ਸਿੰਘਾਂ ਨੂੰ, ਇੰਨੀ ਸੇਵਾ ਹੁੰਦੀ ਹੈ। ਪਰ ਕਈ ਨਗਰਾਂ ਦੇ ਵਿੱਚ ਦੇਖਿਆ ਜਾਂਦਾ ਹੈ ਗੁਰਸੰਗਤ ਜੀ, ਪਾਠੀ ਸਿੰਘਾਂ ਦਾ ਸਤਿਕਾਰ ਨਹੀਂ ਰਹਿ ਗਿਆ। ਇਹ ਬੋਲਣਾ ਪੈਂਦਾ ਹੈ ਕਿਉਂਕਿ ਗ੍ਰੰਥੀ ਸਿੰਘ ਵੀ ਇੱਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਜ਼ੀਰ ਹੈ, ਕਹਿਣ ਮਾਤਰ ਵਜ਼ੀਰ ਨਹੀਂ, ਹੈ ਹੀ ਵਜ਼ੀਰ ਹੈ। ਹੁਣ ਜ਼ਿਆਦਾਤਰ ਨਗਰਾਂ ਦੇ ਵਿੱਚ ਜੇ ਕਿਤੇ ਕੋਈ ਗ੍ਰੰਥੀ ਸਿੰਘ ਰੱਖਦੇ ਹੈ ਤਾਂ ਜ਼ਿਆਦਾਤਰ ਜਾਂ ਤਾਂ 5000 ਰੁਪਈਆ ਤਨਖਾਹ ਹੋਵੇਗੀ, 6000 ਜਾਂ 7000, ਐਦੋਂ ਜੇ ਵੱਧ ਤਨਖਾਹ ਹੁੰਦੀ ਹੈ ਤੇ ਫਿਰ ਕਹਿਣਗੇ ਇੱਕ ਸਹਿਜ ਪਾਠ ਵੀ ਭਾਈ ਫਰੀ ਨਾਲ ਕਰਿਆ ਕਰ, ਫਿਰ ਤੈਨੂੰ ਜੇ 10,000 ਜਾਂ 9,000 ਰੁਪਈਆ ਤਨਖਾਹ ਦੇਵਾਂਗੇ, ਬੰਨ੍ਹ ਕੇ ਰੱਖ ਲੈਂਦੇ ਹੈ।
ਫਿਰ ਕੋਈ ਮਾੜਾ ਧਾੜਾ ਬੰਦਾ ਜਿਹਨੇ ਕਦੇ ਜਪਜੀ ਸਾਹਿਬ ਜੀ ਦਾ ਪਾਠ ਨਹੀਂ ਨਾ ਕੀਤਾ ਜਾਂ ਚੌਪਈ ਸਾਹਿਬ ਜੀ ਦਾ ਪਾਠ ਨਹੀਂ ਕੀਤਾ ਕਦੇ, ਉਹ ਆ ਕੇ ਕਹਿੰਦਾ ਕਿ ਫਲਾਣੀ ਅਲੌਸਮੈਂਟ ਕਰ, ਕਦੇ ਕਿਸੇ ਦੀ ਦਾਤੀ ਗਵਾਚ ਗਈ, ਕਦੇ ਕਿਸੇ ਦੀ ਮੈਂਸ ਗਵਾਚ ਗਈ, ਕੋਈ ਪੱਠੇ ਵੱਢ ਕੇ ਲੈ ਗਿਆ, ਕੋਈ ਕਿਸੇ ਦੀ ਪੱਲੀ ਚੱਕ ਕੇ ਲੈ ਗਿਆ, ਜੇ ਕਿਸੇ ਦੀ ਡੋਲਣੀ ਵੀ ਰਸਤੇ ਵਿੱਚ ਡਿੱਗ ਗਈ ਤੇ ਪਾਠੀ ਸਿੰਘ ਆਰਾਮ ਕਰਦਾ ਹੈ, ਉਹਦੀ ਆ ਕੇ ਗੇਟ ਖੜਕਾਉਣ ਲੱਗ ਜਾਂਦੇ ਆ, ਹਾਂ ਸਾਡੀ ਫਲਾਣੀ ਅਲੌਸਮੈਂਟ ਕਰ। 10 ਮਿੰਟ ਕਿਤੇ ਉੱਤੇ ਵੀ ਹੋ ਜਾਣ ਤਾਂ ਵੀ ਬੁਰਾ ਭਲਾ ਬੋਲਦੇ ਆ। ਇਹ ਪਾਠੀ ਸਿੰਘ ਦਾ ਸਤਿਕਾਰ ਨਹੀਂ। ਸਤਿਕਾਰ ਕਰਾਉਣਾ ਕਿੰਨੇ ਹੈ? ਜਿਹੜੇ ਮੈਂਬਰ ਨੇ ਜਾਂ ਜਿਹੜੇ ਪ੍ਰਧਾਨ ਨੇ। ਹੁਣ ਪ੍ਰਧਾਨ ਤਾਂ ਮਾਇਆ ਦੇ ਵੱਲ ਹੋ ਜਾਂਦੇ ਆ। ਮਾੜਾ ਜਿਹਾ ਕਿਤੇ ਪਾਠ ਜਦੋਂ ਭੋਗ ਪੈਂਦੇ ਆ ਪਾਠਾਂ ਦੇ, ਉਸੇ ਵਕਤ ਮਾਇਆ ਚੁੱਕਣ ਦੇ ਵੱਲ ਹੋ ਜਾਂਦੇ ਆ। ਧਿਆਨ ਤਾਂ ਸਾਰਾ ਮਾਇਆ ਦੇ ਵੱਲ ਹੁੰਦਾ ਹੈ। ਜੇ ਕੋਈ ਕਥਾਵਾਚਕ ਸੱਦਣਾ ਹੈ, ਉਹਨੂੰ ਵੀ ਕਹਿੰਦੇ ਆ ਬਸ 500-600 ਰੁਪਈਆ ਦੇ ਕੇ ਸਾਰ ਦਈਏ ਤੇ ਚੱਲ ਕੋਈ ਨਾ। ਜੇ ਕਿਸੇ ਨੂੰ ਸੱਦਣਾ ਹੈ ਜਾਂ ਕੋਈ ਰਾਗੀ ਸਿੰਘ ਸੱਦਿਆ, ਉਸ ਵਕਤ ਵੀ ਕਹਿੰਦੇ ਆ ਬਸ 1100 ਰੁਪਈਆ ਹੋਵੇ। ਰਾਗੀ ਸਿੰਘਾਂ ਦਾ ਕਾਹਦਾ ਉਹ ਹੈ? ਹੁਣ ਇਸੇ ਕਰਕੇ ਬਾਣੀ ਦਾ ਸਤਿਕਾਰ ਜਿਸ ਨਗਰ ਦੇ ਵਿੱਚ ਹੈ ਜਾਂ ਜਿੱਥੇ ਵੀ ਭਾਈ ਨਿਰੰਕਾਰ ਸੱਚੇ ਪਾਤਸ਼ਾਹ ਮਹਾਰਾਜ ਦੀ ਪਵਿੱਤਰ ਬਾਣੀ ਦਾ ਸਤਿਕਾਰ ਹੈ, ਉਹ ਨਗਰਾਂ ਦੇ ਵਿੱਚ ਕਦੇ ਵੀ ਵਿਪਤਾ ਨਹੀਂ ਆ ਕੇ ਪੈਂਦੀ ਹੁੰਦੀ। ਉੱਥੇ ਦੁੱਗਣੀ ਚੌਗਣੀ ਤਰੱਕੀ ਹੀ ਹੁੰਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਉਹਨਾਂ ਨੂੰ ਕਦੇ ਤੋਟ ਨਹੀਂ ਰਹਿਣ ਦਿੰਦੇ। ਇਹ ਗ੍ਰੰਥੀ ਸਿੰਘ ਦਾ ਸਤਿਕਾਰ ਜ਼ਰੂਰੀ ਹੈ, ਕਿਉਂਕਿ ਮਹਾਰਾਜ ਦੀ ਜਿਹੜੀ ਬਾਣੀ ਹੈ ਨਾ, ਉਹ ਵਿਘਨਾਂ ਨੂੰ ਨਾਸ ਕਰਨ ਵਾਲੀ ਹੈ। ਤੇ ਹੁਣ ਗ੍ਰੰਥੀ ਸਿੰਘ ਵੀ ਭਾਈ ਇਹੋ ਜਿਹੇ ਹੋਣੇ ਚਾਹੀਦੇ ਹੈ। ਅੰਮ੍ਰਿਤ ਵੇਲੇ ਉੱਠਦਿਆਂ ਸਾਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਇਹ ਮਹਾਰਾਜ ਦੇ ਪਵਿੱਤਰ ਗੁਰੂ ਨਾਨਕ ਦੇ ਮਹਾਰਾਜ ਦੇ ਬਚਨ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਸੱਚੇ ਪਾਤਸ਼ਾਹ ਉਹ ਨਿਰੰਕਾਰ ਦੀ ਵਡਿਆਈ ਕਰੇ। ਵਡਿਆਈ ਨਿਰੰਕਾਰ ਦੀ ਕਰੇ, ਕਿਉਂਕਿ ਮਹਾਰਾਜ ਦੀ ਬਾਣੀ ਹੈ। ਇਹ ਸੁੱਖਾਂ ਦੀ ਬਾਣੀ ਹੈ, ਸੁੱਖਾਂ ਨੂੰ ਦੇਣ ਵਾਲੀ ਹੈ। ਤੇ ਜਿਹੜਾ ਪੜ੍ਹਨ ਵਾਲਾ ਹੈ ਉਹ ਵੀ ਸਤਿਕਾਰਯੋਗ ਹੋਣਾ ਚਾਹੀਦਾ ਹੈ। ਗੁਰਬਾਣੀ ਦਾ ਵੀ ਉਹਨੂੰ ਸਤਿਕਾਰ ਹੋਣਾ ਚਾਹੀਦਾ। ਇਹ ਨਹੀਂ ਕਿਤੇ ਪੀੜਾ ਸਾਹਿਬ ਤੇ ਆਪਦੇ ਮੋਢੇ ਧਰ ਕੇ ਬਾਣੀ ਪੜ੍ਹੀ ਜਾਵੇ ਜਾਂ ਪੈਰਾਂ ਨੂੰ ਹੱਥ ਲਾ ਕੇ ਬਾਣੀ ਪੜ੍ਹੀ ਜਾਵੇ, ਜਾਂ ਜਿਵੇਂ ਅੱਜ ਕੱਲ੍ਹ ਦੇਖਿਆ ਜਾਂਦਾ ਨਾਲੇ ਮੋਬਾਈਲ ਚਲਾਈ ਜਾਂਦੇ ਨਾਲੇ ਬਾਣੀ ਪੜ੍ਹੀ ਜਾਂਦੇ ਹੈ, ਜਾਂ ਬਾਣੀ ਪੜ੍ਹਦਿਆਂ ਪੜ੍ਹਦਿਆਂ ਹੀ ਬੋਲੀ ਜਾਂਦੇ ਆ। ਨਹੀਂ, ਮਹਾਰਾਜ ਦੀ ਬਾਣੀ ਦਾ ਬੜਾ ਸਤਿਕਾਰ ਹੈ, ਕਿਉਂਕਿ ਇਹ ਵਿਘਨਾਂ ਨੂੰ ਨਾਸ ਕਰਨ ਵਾਲੀ ਹੈ। ਇਸੇ ਸੁੱਖਾਂ ਦੀ ਦਾਤੀ ਬਾਣੀ ਹੈ। ਇਸ ਬਾਣੀ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ। ਦਾਤੀ ਜਿਸ ਹੈ ਸਦਾਹੇ ਸਮਾਨੀ। ਅਤੇ ਜਿਹੜੇ ਭਾਈ ਦਾਨੀ ਲੋਕ ਸਨ ਜਾਂ ਵਿਦਿਆ ਦੇ ਦਾਤੇ ਸਨ ਜਾਂ ਵਿਦਿਆ ਪੜ੍ਹਾਉਣ ਵਾਲੇ, ਬੜੀ ਪੜ੍ਹੀ ਲਿਖੇ ਜਿਹੜੇ ਵਿਦਿਆ ਦੇ ਦਾਤੇ ਪੜ੍ਹੇ ਲਿਖੇ ਸਨ, ਉਹ ਵੀ ਇਸ ਬਾਣੀ ਨੂੰ ਸਰਾਹੇ ਕਹਿੰਦੇ ਸਰਾਉਂਦੇ ਹੈ, ਸ਼ੋਭਾ ਕਰਦੇ ਹੈ ਇਸ ਬਾਣੀ ਦੀ ਕਿ ਨਿਰੰਕਾਰ ਦੀ ਬਾਣੀ ਹੈ। ਅਤੇ ਸਮਾਨੀ ਸਨਮਾਨ ਦੇ ਸਹਿਤ ਗੁਰਸੰਗਤ ਜੀ ਸ਼੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ ਹੋਏ ਹੈ। 1972 ਦੀ ਗੱਲ ਹੈ ਕਿ ਜਦੋਂ ਮਹਾਂਪੁਰਖ ਹੇਮਕੁੰਟ ਸਾਹਿਬ ਦੀ ਯਾਤਰਾ ਦੇ ਵੱਲ ਗਏ ਸਨ, ਉਸ ਵਕਤ ਹਰਿਦੁਆਰ ਦੇ ਵਿੱਚ ਇੱਕ ਕਣਖਲ ਦੇ ਵਿੱਚ ਆਪ ਸੰਗਤ ਨੇ ਦਰਸ਼ਨ ਕੀਤੇ ਹੋਣਗੇ। ਨਿਰਮਲੇ ਮਹਾਂਪੁਰਖਾਂ ਦਾ ਇੱਕ ਡੇਰਾ ਹੈ। ਉੱਥੇ ਡੇਰੇ ਦੇ ਵਿੱਚ ਮਹਾਂਪੁਰਖ ਰੁਕੇ ਆ। ਜਦੋਂ ਹੇਮਕੁੰਟ ਸਾਹਿਬ ਦੀ ਯਾਤਰਾ ਦੇ ਵੱਲ ਗਏ, ਉੱਥੋਂ ਦਾ ਰਹਿਣ ਵਾਲਾ ਇੱਕ ਅਰਜਨ ਸਿੰਘ ਭਿਕਸ਼ੂ ਪੰਡਤ ਸੀ, ਬੜਾ ਵਿਦਵਾਨ ਸੀ। 4 ਵੇਦ 6 ਸ਼ਾਸਤਰ ਤੇ ਐਸੋ ਜਿਹੜੇ ਬਿਰਤੀ ਪ੍ਰਭਾਕਰ ਵਰਗੇ, ਵਿਚਾਰ ਸਾਗਰ ਵਰਗੇ ਗ੍ਰੰਥ ਬੜੇ ਪੜ੍ਹਿਆ ਹੋਇਆ ਸੀ। ਤੇ ਮਹਾਂਪੁਰਖ ਜਦੋਂ ਕਣਖਲ ਦੇ ਵਿੱਚ ਗਏ, ਇਹਨਾਂ ਮਹਾਂਪੁਰਖਾਂ ਦੇ ਨਾਲ ਰਾਗੀ ਦਰਸ਼ਨ ਸਿੰਘ ਹੋਏ ਅਤੇ ਗਿਆਨੀ ਹਰਨੇਕ ਸਿੰਘ ਹੋਏ। ਐਸੇ ਮਹਾਂਪੁਰਖਾਂ ਦੇ ਨਾਲ ਵਿਦਵਾਨ ਬੜੇ ਜ਼ਿਆਦੇ ਸੀ, ਪਰ ਜ਼ਿਆਦਾਤਰ ਜਿਹੜੇ ਵਿਦਵਾਨ ਹੁੰਦੇ ਆ ਉਹ ਵਿਦਿਆ ਦੇ ਵਿੱਚ ਜ਼ਿਆਦਾਤਰ ਜਿਹੜੇ ਆ ਰਚੇ ਹੁੰਦੇ ਆ। ਉਹਨਾਂ ਦਾ ਵਿਦਿਆ ਦੇ ਨਾਲ ਜ਼ਿਆਦਾ ਪ੍ਰੇਮ ਹੁੰਦਾ, ਪਿਆਰ ਹੁੰਦਾ। ਜਦੋਂ ਗੁਰਸਿੱਖਾਂ ਨੇ ਰਾਗੀ ਹਰਨੇਕ ਸਿੰਘ ਤੇ ਨਾਲ ਹੋਰ ਜਿਹੜੇ ਵਿਦਿਆਰਥੀ ਸਨ ਮਹਾਂਪੁਰਖਾਂ ਦੇ, ਉਹਨਾਂ ਨੇ ਉਹ ਪੰਡਤ ਨੂੰ ਜਾ ਕੇ ਗੱਲ ਕੀਤੀ ਕਿ ਇਹ ਜਿਹੜੇ ਵਿਚਾਰ ਸਾਗਰ ਗ੍ਰੰਥ ਹੈ ਮਹਾਰਾਜ, ਇਹ ਬੜਾ ਹੀ ਜ਼ਿਆਦਾ ਕਹਿੰਦੇ ਬਹੁਤ ਜ਼ਿਆਦਾ ਪੜ੍ਹਨਾ ਔਖਾ ਹੈ ਅਤੇ ਇਹਦੇ 'ਚ ਬੜਾ ਕੁਝ ਲਿਖਿਆ ਹੋਇਆ ਹੈ। ਹੁਣ ਉਹ ਵੀ ਪੜ੍ਹਿਆ ਲਿਖਿਆ ਬਹੁਤ ਜ਼ਿਆਦਾ ਸੀ। ਕਹਿੰਦਾ ਇਹ ਕਿਹੜਾ ਕੀ, ਇਹ ਤਾਂ ਬੱਚਿਆਂ ਦਾ ਜਿਵੇਂ ਬਾਲ ਉਪਦੇਸ਼ ਹੁੰਦਾ ਇਸ ਤਰ੍ਹਾਂ ਦੇ ਇੱਕ ਗ੍ਰੰਥ ਹੈ। ਤੇ ਫਿਰ ਵਿਦਿਆਰਥੀ ਕਹਿੰਦੇ ਬਿਰਤੀ ਪ੍ਰਭਾਕਰ ਦੇ ਵਿੱਚ ਬੜਾ ਕੁਝ ਹੈ। ਕਹਿੰਦਾ ਨਾ, ਬਿਰਤੀ ਪ੍ਰਭਾਕਰ ਦੇ ਵਿੱਚ ਕੀ ਹੈ? ਕਹਿੰਦੇ ਇੱਥੇ ਤਾਂ ਖੱਟ ਲਕਸ਼ਣ ਇਹਦੇ ਵਿੱਚ ਤਾਂ ਦਿੱਤੇ ਹੋਏ ਹੈ, ਇਹਦੇ ਵਿੱਚ ਕੀ ਦਿੱਤਾ ਹੋਇਆ ਹੈ?
ਖੱਟ ਲਕਸ਼ਣਾਂ ਦਾ ਕਹਿੰਦੇ ਸਮਾਧਾਨ ਦਿੱਤਾ ਹੋਇਆ, ਕੁਝ ਨਹੀਂ ਹੈ ਇਹਦੇ ਵਿੱਚ। ਤਾਂ ਉਸ ਵਕਤ ਫਿਰ ਉਹ ਜਿਹੜਾ ਵਿਦਵਾਨ ਆਖਣ ਲੱਗਾ ਕਿ ਆਪਣੀ ਜ਼ਿੰਦਗੀ ਦੇ ਬਾਰੇ ਉਹਨੇ ਦੱਸਿਆ ਕਿ ਮੈਂ ਕਾਂਸ਼ੀ ਦੇ ਵਿੱਚ 30-32 ਸਾਲ ਲਾਏ ਹੈ। ਵਿਦਵਾਨ ਬਣ ਗਿਆ, ਕਾਂਸ਼ੀ ਦੇ ਵਿੱਚ 30-32 ਸਾਲ ਲਾ ਲਏ। ਉੱਥੇ ਰਹਿ ਕੇ ਮੈਂ 4 ਵੇਦ ਵੀ ਪੜ੍ਹ ਲਏ। ਆ ਜਿਹੜੇ ਬਿਰਤੀ ਪ੍ਰਭਾਕਰ ਤੇ ਵਿਚਾਰ ਸਾਗਰ ਵਰਗੇ ਗ੍ਰੰਥ ਹੈ ਨਾ, ਮੈਨੂੰ ਬੜੇ ਥੋੜ੍ਹੇ ਜਿਹੇ ਲੱਗਦੇ ਆ, ਜਿਵੇਂ ਬਾਲ ਉਪਦੇਸ਼ ਹੁੰਦਾ। ਕਹਿੰਦਾ ਮੈਂ ਪੜ੍ਹਿਆ ਤਾਂ ਬਹੁਤ ਆ, 30 ਸਾਲ ਗਵਾਲੇ, ਜਿਵੇਂ ਆਪਣੇ ਦੰਦਾਂ ਦੇ ਨਾਲ ਲੋਹਾ ਚੱਬਣਾ ਹੁੰਦਾ। ਕਹਿੰਦੇ ਮੈਂ ਤਾਂ 30 ਸਾਲ ਮਾਨੋ ਲੋਹਾ ਹੀ ਚੱਬਿਆ। ਆਨੰਦ ਨਹੀਂ ਆਇਆ ਮੈਨੂੰ ਇਹ ਗ੍ਰੰਥ ਪੜ੍ਹ ਕੇ, ਨਾ ਵਿਚਾਰ ਸਾਗਰ ਪੜ੍ਹ ਕੇ ਗ੍ਰੰਥ ਦਾ ਆਨੰਦ ਆਇਆ, ਹੋਰ ਬਿਰਤੀ ਪ੍ਰਭਾਕਰ ਪੜ੍ਹ ਕੇ, 4 ਵੇਦ ਪੜ੍ਹ ਕੇ ਮੈਨੂੰ ਆਨੰਦ ਨਹੀਂ ਆਇਆ। ਇਹ ਸੰਗਤ ਜੀ ਉਹ ਪੰਡਤ ਦੇ ਬਚਨ ਹੈ। ਉਸ ਵਕਤ ਜਦੋਂ 72 ਦੇ ਵਿੱਚ ਮਹਾਂਪੁਰਖ ਗਏ ਸੀ ਨਾ ਹਰਿਦੁਆਰ, ਸਿੰਘਾਂ ਨੂੰ ਬਚਨ ਆਖੇ ਸੀ ਕਿ ਮੈਂ ਇੰਨੇ ਗ੍ਰੰਥ ਤਾਂ ਪੜ੍ਹ ਲਏ, ਪਰ ਜਿਵੇਂ ਲੋਹਾ ਚੱਬਿਆ, ਲੋਹਾ ਚੱਬਣ ਦੀ ਗੱਲ ਕੀਤੀ ਹੈ। ਪਰ ਜਦੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਸ਼੍ਰੀ ਜਪਜੀ ਸਾਹਿਬ ਪੜ੍ਹੀ ਹੈ, ਕਹਿੰਦੇ ਆਨੰਦ ਤਾਂ ਮੈਨੂੰ ਉਸ ਵਕਤ ਹੀ ਆਇਆ, ਉਹਨਾਂ ਸਮਾਂ ਮੈਨੂੰ ਆਨੰਦ ਨਹੀਂ ਆਇਆ। ਪੜ੍ਹ ਤਾਂ ਮੈਂ ਬਹੁਤਾ ਗਿਆ ਸੀ, ਪਰ ਪੜ੍ਹਿਆ ਲਿਖਿਆ ਵੀ ਹੰਕਾਰੀ ਰਿਹਾ। ਹੁਣ ਸਿੰਘਾਂ ਦਾ ਸੁਭਾਅ ਹੁੰਦਾ ਹੈ ਕਿ ਜਦੋਂ ਅੰਮ੍ਰਿਤ ਵੇਲੇ ਉੱਠਦੇ ਹੈ, 100 'ਚ ਇਸ਼ਨਾਨ ਕਰਦੇ ਹੈ, ਖੁੱਲ੍ਹੇ ਡੁੱਲੇ ਹੁੰਦੇ ਹੈ ਭਾਈ, ਇਸ਼ਨਾਨ ਪਾਣ ਕਰਦੇ, ਗੱਲਾਂ ਬਾਤਾਂ ਕਰਦੇ ਹੈ। ਇੰਨਾ ਜਿਹੜਾ ਰਚ ਜਾਂਦਾ ਹੈ ਨਾ, ਉਹਦੀ ਭਾਈ ਬਿਰਤੀ ਹਮੇਸ਼ਾ ਨਿਰੰਕਾਰ ਦੇ ਵਿੱਚ ਜੁੜੀ ਰਹਿੰਦੀ ਹੈ। ਅਤੇ ਸਿੰਘ ਜਦੋਂ ਅੰਮ੍ਰਿਤ ਵੇਲੇ ਉੱਠੇ ਅਤੇ ਮਾੜੀਆਂ ਮੋਟੀਆਂ ਗੱਲਾਂ ਕਰਦੇ ਸੀ, ਉਹਦੇ ਮਨ ਦੇ ਵਿੱਚ ਸ਼ੰਕਾ ਆ ਗਈ। ਉਹ ਪੰਡਤ ਕਹਿਣ ਲੱਗਾ ਕਿ ਇਹ ਕਿਹੜੇ ਸਿੰਘ ਨੇ ਅੰਮ੍ਰਿਤ ਵੇਲੇ ਉੱਠੇ ਆ। ਮਹਾਰਾਜ ਦੀ ਬਾਣੀ ਦੇ ਵਿੱਚ ਤਾਂ ਬਚਨ ਹੈ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਿ ਮਹਾਰਾਜ ਦੀ ਵਡਿਆਈ ਕਰਨੀ, ਨਿਰੰਕਾਰ ਦੀ ਵਡਿਆਈ ਕਰਨੀ। ਅੰਮ੍ਰਿਤ ਦੇ ਵੇਲੇ ਉੱਠ ਕੇ ਸੱਚੇ ਪਾਤਸ਼ਾਹ ਦੇ ਗੁਣ ਗਾਉਣੇ, ਅਤੇ ਇਹ ਤਾਂ ਉੱਠਦਿਆਂ ਸਾਰੀ ਗੱਲਾਂ ਬਾਤਾਂ ਕਰਨ ਲੱਗ ਗਏ। ਕਿਹੜੇ ਸਿੰਘ ਨੇ? ਉਸ ਵਕਤ ਉਹਨਾਂ ਨੂੰ ਤਾੜਨਾ ਕੀਤੀ ਸਿੰਘਾਂ ਨੂੰ ਇਹ ਪੰਡਤ ਨੇ। ਅੰਮ੍ਰਿਤ ਵੇਲਾ ਹੋਇਆ, 9, 9:30 ਦਾ ਟਾਈਮ ਸੀ। ਸੰਤ ਗਿਆਨੀ ਮੋਹਨ ਸਿੰਘ ਮਹਾਂਪੁਰਖਾਂ ਦੇ ਕੋਲੇ ਉਹ ਪੰਡਤ ਗਿਆ ਹੈ, ਅਤੇ ਜਾ ਕੇ ਸ਼ਿਕਾਇਤ ਕਰਨ ਲੱਗਾ ਸਿੰਘਾਂ ਦੀ। ਕਹਿੰਦਾ ਮਹਾਰਾਜ ਤੁਸੀਂ ਤਾਂ ਬੜੇ ਸਿਆਣੇ ਹੋ, ਬੜੇ ਹੀ ਨਿਮਰਤਾ ਵਾਲੇ ਹੋ, ਬੜੇ ਬਾਣੀ ਪੜ੍ਹਨ ਵਾਲੇ ਹੋ, ਪਰ ਆਪ ਜੀ ਦਾ ਜਿਹੜਾ ਲਾਣਾ ਬਾਣਾ ਇਹ ਤਾਂ ਬੜਾ ਹੀ ਅਖੇ। ਕਹਿੰਦੇ ਨਾ ਤਾਂ ਬਾਣੀ ਪੜ੍ਹਦਾ, ਨਾ ਸਿਮਰਨ ਕਰਦਾ, ਅੰਮ੍ਰਿਤ ਵੇਲੇ ਉੱਠਦਿਆਂ ਸਾਰੀ ਰੌਲਾ ਪਾਉਣ ਲੱਗ ਗਏ। ਪਰ ਉਸ ਵਕਤ ਮਹਾਂਪੁਰਖਾਂ ਨੂੰ ਪਤਾ ਸੀ ਕਿ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਲਾਡਲੀਆਂ ਫੌਜਾਂ ਨੇ, ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਲਾਡਲੀਆਂ ਫੌਜਾਂ ਨੇ। ਸੰਤ ਮਹਾਂਪੁਰਖ ਕਹਿਣ ਲੱਗੇ ਕਿ ਨਹੀਂ ਭਾਈ, ਇਹ ਤਾਂ ਜਦੋਂ ਅੰਮ੍ਰਿਤ ਵੇਲੇ ਉੱਠਦੇ ਹੈ, ਆਪਣੇ ਸਰੀਰ ਨੂੰ ਪਹਿਲਾਂ ਪਵਿੱਤਰ ਕਰਦੇ ਹੈ, 100 'ਚ ਇਸ਼ਨਾਨ ਕਰਦੇ ਹੈ, ਦਾਤਨ ਕੁਰਲੀ ਕਰਦੇ ਹੈ, ਇਸ਼ਨਾਨ ਪਾਣ ਕਰਕੇ ਸ਼ਵੱਛ ਬਰਤਨ ਵਸਤਰ ਪਹਿਨ ਕੇ, ਸ਼ਵੱਛ ਵਸਤਰ ਪਹਿਨ ਕੇ, ਅਤੇ ਫਿਰ ਕੇਸਾਂ ਦੇ ਉੱਪਰ ਕੰਘੀ ਕਰਕੇ ਅਤੇ ਦਸਤਾਰ ਸਜਾ ਕੇ ਅੰਮ੍ਰਿਤ ਵੇਲੇ ਉੱਠ ਕੇ ਫਿਰ ਬਾਣੀ ਪੜ੍ਹਦੇ ਹੈ। ਅਤੇ ਮਹਾਰਾਜ ਦੀ ਬਾਣੀ ਨਿਮਰਤਾ ਦੇ ਨਾਲ ਸਿਰਹਾਣੇ ਵੱਲ ਮੁੱਖ ਕਰਕੇ ਪੜ੍ਹਦੇ ਹੈ। ਮਹਾਰਾਜ ਦੀ ਬਾਣੀ ਦਾ ਸਤਿਕਾਰ ਹੈ। ਇਹ ਕੋਈ ਗੱਲਾਂ ਨਹੀਂ ਕਰਦੇ, ਇਹ ਤਾਂ 100 'ਚ ਇਸ਼ਨਾਨ ਕਰਕੇ ਆਪਣੇ ਸਰੀਰ ਨੂੰ ਪਵਿੱਤਰ ਕਰਕੇ ਬਾਣੀ ਪੜ੍ਹਦੇ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜੇ ਅਵਰ ਨਾ ਕੋਏ। ਇਹ ਮਹਾਂਪੁਰਖਾਂ ਨੇ ਸਤਿਕਾਰ ਦੱਸਿਆ ਸੀ। ਉਹ ਦੋਨੇ ਹੱਥ ਜੋੜ ਕੇ ਮਹਾਂਪੁਰਖਾਂ ਤੋਂ ਮਾਫੀ ਮੰਗਣ ਲੱਗਾ। ਕਹਿੰਦਾ ਪੰਡਤ, ਕਹਿੰਦਾ ਮਹਾਰਾਜ ਮੈਥੋਂ ਤਾਂ ਭੁੱਲ ਹੋ ਗਈ, ਐਵੇਂ ਸਿੰਘਾਂ ਦੇ ਉੱਪਰ ਮੈਂ ਸ਼ੰਕਾ ਕਰ ਬੈਠਾ। ਇਹ ਮਹਾਰਾਜ ਦੀ ਬਾਣੀ ਦੀ ਵਡਿਆਈ ਹੈ ਕਿ ਇੰਨੇ ਗ੍ਰੰਥ ਪੜ੍ਹ ਕੇ ਵੀ ਫਿਰ ਵੀ ਉਹਨੂੰ ਅੰਦਰ ਜਿਹੜਾ ਸ਼ਾਂਤ ਨਹੀਂ ਹੋਇਆ। ਅਤੇ ਕਹਿੰਦਾ ਮਹਾਰਾਜ ਦੀ ਬਾਣੀ, ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਪੜ੍ਹ ਕੇ ਮੇਰਾ ਅੰਦਰ ਨਿਰਮਲ ਹੋ ਚੁੱਕਿਆ ਹੈ। ਹੁਣ ਮੇਰਾ ਅੰਦਰ ਜਿਵੇਂ ਸਾਰੇ ਸੰਸਾਰ ਦੇ ਪਦਾਰਥਾਂ ਦਾ ਕਹਿੰਦਾ ਮੈਂ ਆਨੰਦ ਲੈ ਲਿਆ। ਇਹ 1972 ਦੀ ਗੱਲ ਹੈ ਕਿ ਜਦੋਂ ਸੰਤ ਗਿਆਨੀ ਮੋਹਨ ਸਿੰਘ ਮਹਾਂਪੁਰਖ ਹਰਿਦੁਆਰ ਦੇ ਵਿੱਚ ਗਏ ਸੀ, ਉਦੋਂ ਦੀ ਇਹ ਗੱਲ ਹੈ। ਇਸੇ ਕਰਕੇ ਕਹਿੰਦੇ ਜਿਹੜੇ ਵਿਦਵਾਨ ਨੇ, ਦਾਨੀ ਹੈ, ਪੰਥ ਦੇ ਵਿੱਚ ਬੜੇ ਪ੍ਰਸਿੱਧ ਨੇ, ਉਹ ਵੀ ਮਹਾਰਾਜ ਦੀ ਬਾਣੀ ਨੂੰ ਸਰਾਹੇ ਸਰਾਉਂਦੇ ਹੈ ਅਤੇ ਹਮੇਸ਼ਾ ਮਹਾਰਾਜ ਦੀ ਬਾਣੀ ਦਾ ਸਨਮਾਨ ਕਰਦੇ ਹੈ। ਬਾਣੀ ਤੀਨ ਲੋਕ ਸਰਬਾਨੀ, ਅਤੇ ਸਰਬ ਨਾਮ ਸਾਰਿਆਂ ਦਾ ਹੈ। ਸਾਰਿਆਂ ਦੇ ਵਿੱਚ ਭਾਵ ਕਿ ਤਿੰਨਾਂ ਲੋਕਾਂ ਦੇ ਵਿੱਚ ਮਹਾਰਾਜ ਦੀ ਬਾਣੀ ਨੂੰ ਮੰਨਿਆ ਗਿਆ ਹੈ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਨਿਰੰਕਾਰ ਦੀ ਬਾਣੀ, ਸ਼੍ਰੀ ਜਪਜੀ ਸਾਹਿਬ ਜੀ ਦੀ ਬਾਣੀ
ਐਸੀ ਬਾਣੀ ਨੂੰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਲਿਖਵਾ ਕੇ ਅਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਪਵਿੱਤਰ ਬਾਣੀ ਦਾ ਦਰਜਾ ਦੇ ਕੇ, ਸਭ ਤੋਂ ਮੂਲ ਦਰਜਾ ਦੇ ਕੇ ਸ਼੍ਰੀ ਜਪਜੀ ਸਾਹਿਬ ਨੂੰ ਉਸ ਵਕਤ ਮਾਨੀ ਤੀਨ ਲੋਕ ਸਰਬਾਨੀ, ਭਾਵੇਂ ਤਿੰਨਾਂ ਲੋਕਾਂ ਦੇ ਵਿੱਚ ਬਾਣੀ ਪੜ੍ਹੀ ਜਾਂਦੀ ਹੈ, ਪੜ੍ਹਨ ਵਾਲੇ ਹਨ। ਬਾਣੀ ਸਿਮਰੈ ਸੁਮਤ ਮਹਾਨੀ। ਅਤੇ ਇਸੇ ਕਰਕੇ ਕਵੀ ਜੀ ਅਖੀਰਲੀਆਂ ਪੰਕਤੀਆਂ ਦੇ ਵਿੱਚ ਲਿਖਦੇ ਹੈ ਕਿ ਸੰਗਤ ਜੀ ਹਮੇਸ਼ਾ ਹੀ ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਪਵਿੱਤਰ ਬਾਣੀ ਨੂੰ ਸਿਮਰਨਾ ਕਰੋ। ਜਦੋਂ ਸਿਮਰੋਗੇ ਕੀ ਹੋਵੇਗਾ? ਕਹਿੰਦੇ ਤੁਹਾਡੀ ਜਿਹੜੀ ਮਤੀ ਸ੍ਰਿਸ਼ਟ ਮਤ ਹੋ ਜਾਵੇਗੀ। ਸ੍ਰਿਸ਼ਟ ਮਤ ਤੋਂ ਬਿਨਾਂ ਬਾਣੀ ਨਹੀਂ ਕਦੇ ਸਿਮਰੀ ਜਾ ਸਕਦੀ। ਜੇ ਬੁੱਧੀ ਦੇ ਵਿੱਚ ਵਿਕਾਰ ਹੀ ਵਿਕਾਰ ਫੁਰੀ ਜਾਣ, ਵਿਕਾਰ ਹੀ ਵਿਕਾਰ ਆਈ ਜਾਣ, ਭਲਾ ਦੱਸੋ ਫਿਰ ਆਪਾਂ ਬਾਣੀ ਕਿਵੇਂ ਪੜ੍ਹ ਸਕਦੇ ਹਾਂ? ਬਾਣੀ ਪੜ੍ਹਦਿਆਂ ਵੀ ਬੱਧਾ ਝੱਟੀ ਜੋ ਭਰੈ, ਨਾ ਗੁਣ ਨਾ ਉਪਕਾਰ। ਫਿਰ ਨਾ ਗੁਣ ਹੁੰਦਾ ਨਾ ਹੀ ਕੋਈ ਉਪਕਾਰ ਹੁੰਦਾ। ਇਸ ਕਰਕੇ ਇਹ ਸ੍ਰਿਸ਼ਟ ਬਾਣੀ ਹੈ, ਨਿਰਮਲ ਬੁੱਧੀ ਦੇ ਨਾਲ ਹੀ ਪੜ੍ਹਿਆ ਜਾ ਸਕਦਾ ਹੈ। ਅਤੇ ਜਦੋਂ ਆਪਾਂ ਸ਼੍ਰੀ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਾਂਗੇ, ਮਹਾਰਾਜ ਦੀ ਪਵਿੱਤਰ ਬਾਣੀ ਪੜ੍ਹਾਂਗੇ, ਸ੍ਰਿਸ਼ਟ ਬੁੱਧੀ ਵੀ ਭਾਈ ਤਾਂ ਹੀ ਬਣਦੀ ਹੈ। ਅਤੇ ਗੁਰੂ ਮਹਾਰਾਜ ਤੋਂ ਇਹੋ ਹੀ ਦਾਤ ਮੰਗੀਏ ਕਿ ਮਹਾਰਾਜ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਇਹ ਮੰਗਲਾਚਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤੱਕ ਆਪਾਂ ਸ਼ਰਵਣ ਕੀਤੇ ਹੈ। ਕੱਲ੍ਹ ਨੂੰ ਜਿਵੇਂ ਭਾਈ ਕਾਵ ਸੰਕੇਤ ਦੇ ਮਰਿਆਦਾ ਦੇ ਹੁੰਦੇ ਹੈ ਮੰਗਲਾਚਰਨ, ਉਹ ਆਪਾਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸ਼ਰਵਣ ਕਰਾਂਗੇ। ਆਓ ਬਹੁਤ ਹੀ ਸਤਿਕਾਰਯੋਗ ਰਾਗੀ ਸਿੰਘਾਂ ਪਾਸੋਂ ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾਂ ਦੇ ਮਹਾਵਾਕ ਅਨੁਸਾਰ ਹਰ ਜਸ ਕੀਰਤਨ ਸ਼ਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਗੁਰੂ ਮਹਾਰਾਜ ਜੀ ਕਿਰਪਾ ਕਰਨ। ਦਾਸ ਪਾਸੋਂ ਕਥਾ ਕਰਦਿਆਂ ਤੋਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ। ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਗੁਰਸਿੱਖ ਸੰਗਤ ਜੀ ਬਖਸ਼ਣ ਜੋਗੋ, ਬਖਸ਼ ਲੈਣਾ ਦੇਹੋ ਸੱਜਣ ਅਸੀਸੜੀਆਂ, ਜੋ ਹੋਵੈ ਸਾਹਿਬ ਸਿਓ ਮੇਲ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਹਾਨੀ ਗਨ ਬਿਗਨ ਹੋ ਸੁਖ ਦਾਨੀ, ਦਾਨੀ ਜਿਸ ਹੈ ਸਰਾਹੇ ਸਮਾਨੀ। ਮਾਨੀ ਤੀਨ ਲੋਕ ਸਰਬਾਨੀ, ਬਾਨੀ ਸਿਮਰੈ ਸੁਮਤ ਮਹਾਨੀ। ਹੇ ਅਚੁੱਤ ਹੇ ਪਾਰ ਬ੍ਰਹਮ, ਅਬਨਾਸੀ ਅਗੁਣ, ਹੇ ਪੂਰਨ ਹੇ ਸਰਬ ਮੈਂ, ਦੁਖ ਭੰਜਨ ਗੁਣ। ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ। ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਣ। ਹੇ ਸੰਤਹਿ ਕੈ ਸਦਾ ਸੰਗ, ਨਿਹ ਧਾਰਾਇਆ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਇ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਤਰੇ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰੇ ਉਤਾਰਨ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।